ਹੁਣ ਕੈਨੇਡਾ ਵੀ ਕਹਿ ਰਿਹਾ ਕਿ ਅਸੀਂ ਵੀ ਵੈਕਸੀਨੇਸ਼ਨ ਪਾਸਪੋਰਟ ਲੈ ਕੇ ਆਵਾਂਗੇ। ਕਿਸ ਤਰ੍ਹਾਂ ਦਾ ਹੋਏਗਾ ਵੈਕਸੀਨ ਪਾਸਪੋਰਟ, ਕਿਸ ਨੂੰ ਮਿਲੇਗਾ? मेरे ख्याल 3 मिलियन डोजेज ऑलरेडी लग चुकी हैं। दैट मीन्स कि कोई 1.8 मिलियन लोग ने फ्रेजर हेल्थ ਦੇ ਵਿੱਚ ਡੈਲਟਾ ਵੇਰੀਐਂਟ ਹੈ ਜਿਹਦੇ ਕਰਕੇ ਪ੍ਰੋਬਲਮ ਆ ਸਕਦੀ ਹੈ। ਉਹਦੇ ਅਜੇ ਉਹਦਾ ਤੇ ਕੋਈ ਕੰਟਰੋਲ ਨਹੀਂ ਹੈਗਾ, ਪਰ ਟਰਾਈ ਕਰਦੇ ਪਏ ਨੇ ਜਿੱਥੇ ਬਾਹਰੋਂ ਜਿਹੜੀ ਜਗ੍ਹਾ ਤੋਂ ਆਉਂਦਾ ਉਹਨਾਂ ਦੀਆਂ ਫਲਾਈਟਸ ਨਾ ਆਉਣ, ਲੋਕਾਂ ਨੂੰ ਉਹਨਾਂ ਨੂੰ ਮੋਨੀਟਰ ਕੀਤਾ ਜਾਏ, ਉਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਪਏ ਨੇ। ਕਿ ਕੇਸ ਅਸੀਂ ਦੇਖ ਰਹੇ ਹੈਗੇ ਕਿ ਉਹਨਾਂ ਦੇ ਵੱਧ ਰਹੇ ਆ ਜਿਨ੍ਹਾਂ ਨੇ ਇਹ ਵੈਕਸੀਨ ਨਹੀਂ ਲਗਵਾਈ, ਜਿਨ੍ਹਾਂ ਨੇ 1 ਹੀ ਡੋਜ਼ ਲਗਵਾਈ ਹੈ। ਜਿਹੜੇ ਇਹੋ ਜਿਹੇ ਮੇਜਰ ਕੰਮ ਹੁੰਦੇ ਨੇ ਉਹ ਇੱਕਦਮ ਤੇ ਕੋਈ ਫੈਸਲਾ ਨਹੀਂ ਕਰ ਸਕਦਾ। ਉਹਨਾਂ ਨੇ ਤਰੀਕੇ ਨਾਲ ਦੇਖਣਾ ਵੀ ਕਿਸ ਤਰੀਕੇ ਨਾਲ ਲਾਗੂ ਹੋਣਾ ਜਾਂ ਕਿਸ ਨੂੰ ਮਿਲਣਾ। ਕੀ ਹੁਣ ਇਹ ਸਾਨੂੰ ਹਰ ਸਾਲ ਵੈਕਸੀਨ ਲੱਗਣੀ ਹੈ? ਕਿਉਂਕਿ ਇਹ ਹਜੇ ਆਨਸਰ ਕਲੀਅਰ ਕਿਸੇ ਨੂੰ ਨਹੀਂ ਪਤਾ, ਪਰ ਕਈ ਲੋਕ ਇਹ ਵੀ ਕਹਿ ਰਹੇ ਆ ਕਿ ਸ਼ਾਇਦ ਪੂਰੀ ਲਾਈਫ ਜਿਹੜਾ ਹੈ ਸਾਨੂੰ ਕੋਵਿਡ ਦੇਖਣਾ ਪਏਗਾ। ਸਤਿ ਸ਼੍ਰੀ ਅਕਾਲ, ਨਮਸਕਾਰ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹੈਲਥ ਦੇ ਬਾਰੇ ਗੱਲ ਕਰਦੇ ਹਾਂ ਤੇ ਹੈਲਥ ਦੇ ਨਾਲ ਰਿਲੇਟਡ ਕੋਵਿਡ-19 ਦੇ ਕੇਸ ਜਿਹੜੇ ਨੇ ਉਹ ਫਿਰ ਤੋਂ ਵੱਧ ਰਹੇ ਨੇ। ਡੈਲਟਾ ਵੇਰੀਐਂਟ ਫਿਰ ਤੋਂ ਆਪਣਾ ਅਸਰ ਦਿਖਾ ਰਿਹਾ ਤੇ ਹੁਣ ਇਸ ਵਿਚਕਾਰ ਵੈਕਸੀਨੇਸ਼ਨ ਲਗਵਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤੇ ਨਾਲ ਵੈਕਸੀਨੇਸ਼ਨ ਪਾਸਪੋਰਟ ਦੀਆਂ ਗੱਲਾਂ ਵੀ। ਹੁਣ ਕੈਨੇਡਾ ਵੀ ਕਹਿ ਰਿਹਾ ਕਿ ਅਸੀਂ ਵੀ ਵੈਕਸੀਨੇਸ਼ਨ ਪਾਸਪੋਰਟ ਲੈ ਕੇ ਆਵਾਂਗੇ। ਕਿਸ ਤਰ੍ਹਾਂ ਦਾ ਹੋਏਗਾ ਵੈਕਸੀਨ ਪਾਸਪੋਰਟ, ਕਿਸ ਨੂੰ ਮਿਲੇਗਾ? ਕਿਉਂਕਿ ਕਹਿੰਦੇ ਆ ਕਿ ਜਿਨ੍ਹਾਂ ਦੀਆਂ ਦੋਨੇ ਵੈਕਸੀਨ ਲੱਗੀਆਂ ਉਹਨਾਂ ਨੂੰ ਹੀ ਮਿਲੇਗਾ ਤੇ ਉਹੀ ਟਰੈਵਲ ਕਰ ਸਕਦਾ, ਕੈਨੇਡਾ ਦੇ ਅੰਦਰ ਆ ਸਕਦਾ, ਕੈਨੇਡਾ ਤੋਂ ਬਾਹਰ ਜਾ ਸਕਦਾ। ਹੋਰ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਇਨਵੋਲਵ ਨੇ। ਨਾਲ ਹੀਟ ਵੇਵ ਦੀਆਂ ਵਾਰਨਿੰਗਸ ਵੀ ਇਸ ਹਫ਼ਤੇ ਦਿੱਤੀਆਂ ਜਾ ਰਹੀਆਂ ਨੇ। ਹੋਰ ਕੀ ਕੁਝ ਹੈ ਇਸ ਹਫ਼ਤੇ ਪ੍ਰੋਗਰਾਮ ਦੇ ਵਿੱਚ ਅੱਜ ਗੱਲਬਾਤ ਕਰਾਂਗੇ ਡਾਕਟਰ ਗੁਲਜ਼ਾਰ ਚੀਮਾ ਦੇ ਨਾਲ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਚੀਮਾ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ। ਸੋ ਡਾਕਟਰ ਚੀਮਾ, ਜਿਵੇਂ ਮੈਂ ਕਿਹਾ ਕਿ ਕੇਸ ਵੱਧ ਰਹੇ ਨੇ, ਪਹਿਲਾਂ ਤਾਂ ਅਪਡੇਟ ਦੱਸੋ ਕਿ ਕੀ ਅਪਡੇਟ ਹੈ ਇਸ ਹਫ਼ਤੇ ਦੇ? ਦੇਖੋ, ਜਿਹੜੀ ਨਾ ਕੋਵਿਡ-19 ਦਾ ਪਿਛਲੇ ਕੋਈ 3-4 ਹਫ਼ਤਿਆਂ ਦੇ ਵਿੱਚ ਪਹਿਲੀ ਵਾਰੀ ਇਹ ਹਫ਼ਤਾ ਜਿਹਦੇ ਵਿੱਚ ਕੇਸ ਵਧੇ ਨੇ ਕਾਫੀ। ਮੇਰੇ ਖਿਆਲ 300 ਤੇ 56 ਕੇਸ ਹੋਏ ਨੇ ਜੀ, ਤੇ ਉਹਦੇ ਨਾਲ ਇੱਕ ਡੈਥ ਵੀ ਹੋਈ ਹੈ BC ਦੇ ਵਿੱਚ। ਸੋ ਇਹਦਾ ਥੋੜਾ ਜਿਹਾ ਜਿਹੜਾ ਪਹਿਲਾਂ ਕੰਟਰੋਲ ਸੀ, ਥੋੜਾ ਜਿਹਾ ਫਰਕ ਜ਼ਰੂਰ ਪਿਆ ਇਹਦੇ ਵਿੱਚ, ਪਰ ਅਜੇ ਕੋਈ ਇਹੋ ਜਿਹੀ ਅਲਾਰਮਿੰਗ ਸਿਚੁਏਸ਼ਨ ਨਹੀਂ ਹੈਗੀ। ਕਾਰਨ ਇਹ ਕਿ ਜਿਹੜੀ ਵੈਕਸੀਨੇਸ਼ਨ ਹੈ ਨਾ, ਮੈਂ ਤੁਹਾਨੂੰ ਫਰੇਜ਼ਰ ਹੈਲਥ ਬਾਰੇ ਗੱਲ ਕਰਨਾ, ਕਮ ਸੇ ਕਮ 3 ਮਿਲੀਅਨ ਡੋजेज ਆਲਰੇਡੀ ਲੱਗ ਚੁੱਕੀਆਂ ਨੇ। ਦੈਟ ਮੀਨਸ ਕਿ ਕੋਈ 1.8 ਮਿਲੀਅਨ ਲੋਕ ਨੇ ਫਰੇਜ਼ਰ ਹੈਲਥ ਦੇ ਵਿੱਚ। ਸੋ ਜਿਨ੍ਹਾਂ ਨੂੰ ਜ਼ਰੂਰਤ ਪੈਣੀ ਸੀ ਉਹ ਸੈਕੰਡ ਡੋਜ਼ ਕਾਫੀ ਲੋਕੀ ਲਵਾ ਚੁੱਕੇ ਨੇ। ਸੋ ਉਹਦਾ ਬੜਾ ਫਾਇਦਾ ਹੋ ਰਿਹਾ। ਪਰ ਜਿਹੜਾ ਡੈਲਟਾ ਵੇਰੀਐਂਟ ਹੈ ਜਿਹਦੇ ਕਰਕੇ ਪ੍ਰੋਬਲਮ ਆ ਸਕਦੀ ਹੈ, ਉਹਦੇ ਅਜੇ ਉਹਦਾ ਤੇ ਕੋਈ ਕੰਟਰੋਲ ਨਹੀਂ ਹੈਗਾ, ਪਰ ਟਰਾਈ ਕਰਦੇ ਪਏ ਨੇ ਜਿੱਥੇ ਬਾਹਰੋਂ ਜਿਹੜੀ ਜਗ੍ਹਾ ਤੋਂ ਆਉਂਦਾ ਉਹਨਾਂ ਦੀਆਂ ਫਲਾਈਟਸ ਨਾ ਆਉਣ, ਲੋਕਾਂ ਨੂੰ ਉਹਨਾਂ ਨੂੰ ਮੋਨੀਟਰ ਕੀਤਾ ਜਾਏ, ਉਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਪਏ ਨੇ। ਪਰ ਜਿਹੜਾ ਓਵਰਆਲ ਜਿਹੜਾ ਇਹਦਾ ਕੋਵਿਡ-19 ਦਾ ਕੰਟਰੋਲ ਰੀਜ਼ਨੇਬਲ ਹੈਗਾ। ਇਹੋ ਜਿਹੀ ਗੱਲ ਕੋਈ ਨਹੀਂ ਵੀ ਅਲਾਰਮ ਵਾਲੀ ਸਿਚੁਏਸ਼ਨ ਕੋਈ ਨਹੀਂ, ਕਿਉਂਕਿ ਜੇ ਆਪਾਂ ਵੈਕਸੀਨੇਸ਼ਨ ਦੇ ਨਾਲ ਜਿਹੜੀਆਂ ਪ੍ਰੀਕਾਸ਼ਨਸ ਰੱਖਾਂਗੇ, ਜਿਹੜੀਆਂ ਉਹਨਾਂ ਨੂੰ ਨੋਟ ਕਰਦੇ ਰਹਾਂਗੇ, ਫੋਲੋ ਕਰਦੇ ਰਹਾਂਗੇ, ਸੋ ਪ੍ਰੋਬਲਮ ਘੱਟ ਹੋਣ ਦੇ ਚਾਂਸਸ ਨੇ। ਜੀ ਡਾਕਟਰ ਸਾਹਿਬ, ਜਿੱਦਾਂ ਹੁਣ ਕਿਹਾ ਕਿ ਵੇਰੀਐਂਟ ਅਸਰ ਫੈਲਾ ਰਿਹਾ ਤੇ ਜਿਵੇਂ ਪਾਬੰਦੀਆਂ ਲੱਗੀਆਂ ਜਾ ਰਹੀਆਂ ਨੇ, ਅਸੀਂ ਉਹ ਕਨਾਗਨ ਦੇ ਵਿੱਚ ਦੇਖਿਆ, ਫਿਰ ਤੋਂ ਉੱਥੇ ਰਿਸਟ੍ਰਿਕਸ਼ਨਸ ਲੱਗ ਗਈਆਂ ਤੇ ਅਸੀਂ ਇਹ ਮੰਨਦੇ ਹਾਂ ਕਿ ਅਸੀਂ ਉਸ ਸਥਿਤੀ ਦੇ ਵਿੱਚ ਨਹੀਂ ਕਿ ਦੁਬਾਰਾ ਲਾਕਡਾਊਨ ਕੀਤਾ ਜਾਵੇ। ਜ਼ਿਆਦਾ ਕੇਸ ਵੱਧ ਰਹੇ ਨੇ, ਇਸ ਤੋਂ ਬਿਹਤਰ ਇਹ ਹੈ ਕਿ ਵੈਕਸੀਨ ਲਗਵਾਈ ਜਾਵੇ। ਜਿਨ੍ਹਾਂ ਨੇ ਪਹਿਲੀ ਡੋਜ਼ ਲਗਵਾਈ ਆ ਉਹ ਦੂਜੀ ਲਗਵਾ ਲੈਣ, ਤੇ ਜਿਨ੍ਹਾਂ ਨੇ ਦੂਜੀ ਦੋਨੇ ਨਹੀਂ ਲਗਵਾਈਆਂ ਤਾਂ ਪਹਿਲੀ ਡੋਜ਼ ਜ਼ਰੂਰ ਲਗਵਾਉਣ ਜਾ ਕੇ। ਕਿਉਂਕਿ ਕੇਸ ਅਸੀਂ ਦੇਖ ਰਹੇ ਹੈਗੇ ਕਿ ਉਹਨਾਂ ਦੇ ਵੱਧ ਰਹੇ ਆ ਜਿਨ੍ਹਾਂ ਨੇ ਇਹ ਵੈਕਸੀਨ ਨਹੀਂ ਲਗਵਾਈ, ਜਿਨ੍ਹਾਂ ਨੇ 1 ਹੀ ਡੋਜ਼ ਲਗਵਾਈ ਹੈ। ਇਹ ਹੋ ਸਾਨੂੰ ਵੀ ਸਕਦਾ ਜਿਨ੍ਹਾਂ ਦੇ ਡਬਲ ਡੋਜ਼ ਲੱਗੀ ਹੈ, ਪਰ ਇੰਨਾ ਘਾਤਕ ਨਹੀਂ ਹੋਏਗਾ, ਥੋੜਾ ਬਹੁਤ ਹੋ ਸਕਦਾ ਹੈ। ਸੋ ਇਹਦੇ ਵਿਚਕਾਰ ਹੁਣ ਮੰਗ ਕੀਤੀ ਜਾ ਰਹੀ ਸੀ ਕੈਨੇਡੀਅਨ ਗਵਰਨਮੈਂਟ ਤੋਂ ਕਿ ਵੈਕਸੀਨ ਪਾਸਪੋਰਟ ਜਿਹੜਾ ਲਗਾਇਆ ਜਾਵੇ। ਬਹੁਤ ਚਿਰ ਤਾਂ ਸਾਡੇ ਪ੍ਰਧਾਨ ਮੰਤਰੀ ਇਹ ਕਹਿੰਦੇ ਰਹੇ ਕਿ ਅਸੀਂ ਸੋਚਾਂਗੇ, ਵਿਚਾਰਾਂਗੇ। ਫਿਰ ਉਹਨਾਂ ਨੇ ਸਾਨੂੰ ਕਹਿ ਦਿੱਤਾ ਕਿ ਪ੍ਰੋਵਿੰਸਸ ਦਾ ਅਧਿਕਾਰ ਹੈ, ਪ੍ਰੋਵਿੰਸ ਆਪ ਦੇ ਹਿਸਾਬ ਦੇ ਨਾਲ ਵੈਕਸੀਨ ਪਾਸਪੋਰਟ ਹੈ ਜਿਹੜਾ ਲਗਾ ਸਕਦਾ ਹੈ। ਪਰ ਹੁਣ ਦੁਬਾਰਾ ਅਨਾਉਂਸ ਕੀਤਾ ਗਿਆ ਕਿ ਹੁਣ ਵੈਕਸੀਨ ਪਾਸਪੋਰਟ ਹੋਏਗਾ
ਤੇ ਵੈਕਸੀਨ ਪਾਸਪੋਰਟ ਦੇ ਨਾਲ ਪ੍ਰੋਵਿੰਸਸ ਜਿਹੜੀਆਂ ਨੇ, ਟੈਰੀਟੋਰੀਜ਼ ਹੈਗੀਆਂ ਨੇ, ਉਹ ਵੀ ਫੈਡਰਲ ਸਰਕਾਰ ਦੇ ਨਾਲ ਕੰਮ ਕਰ ਰਹੀਆਂ ਨੇ। ਕੀ ਕਹੋਗੇ ਵੈਕਸੀਨ ਪਾਸਪੋਰਟ ਦੇ ਬਾਰੇ? ਦੇਖੋ, ਜਿਹੜਾ ਵੈਕਸੀਨ ਪਾਸਪੋਰਟ ਜਾਂ ਜੋ ਵੀ ਜਿਹੜਾ ਡਾਕੂਮੈਂਟ ਤਿਆਰ ਹੋਣਾ, ਇਹ ਪਿਛਲੇ ਸਾਲ ਤੋਂ ਇਹਦੀ ਗੱਲ ਚੱਲਦੀ ਪਈ ਸੀ। ਦੇਖੋ, ਇਹ ਜਿਹੜਾ ਨਾ ਕੰਮ, ਜਿਹੜੇ ਇਹੋ ਜਿਹੇ ਮੇਜਰ ਕੰਮ ਹੁੰਦੇ ਨੇ, ਉਹ ਇੱਕਦਮ ਤੇ ਕੋਈ ਫੈਸਲਾ ਨਹੀਂ ਕਰ ਸਕਦਾ। ਉਹਨਾਂ ਨੇ ਤਰੀਕੇ ਨਾਲ ਦੇਖਣਾ ਵੀ ਕਿਸ ਤਰੀਕੇ ਨਾਲ ਲਾਗੂ ਹੋਣਾ ਜਾਂ ਕਿਸ ਨੂੰ ਮਿਲਣਾ। ਵੈਕਸੀਨੇਸ਼ਨ ਤੋਂ ਬਾਅਦ ਹੀ ਫੈਸਲਾ ਹੋ ਸਕਦਾ। ਜੇ ਪਹਿਲਾਂ ਹੀ ਗੱਲਾਂ ਸ਼ੁਰੂ ਹੋ ਜਾਂਦੀਆਂ, ਉਹਦੇ ਨਾਲ ਗੱਲ ਨਹੀਂ ਬਣਦੀ। ਸੋ ਜਿਨ੍ਹਾਂ ਲੋਕਾਂ ਨੂੰ 2 ਡੋਜ਼ਸ ਮਿਲ ਚੁੱਕੀਆਂ ਨੇ, ਉਹਨਾਂ ਵਾਸਤੇ ਇਨਫੋਰਮੇਸ਼ਨ ਜਿਹੜੀ ਹੈ ਨਾ ਬੜੀ ਇੰਪੋਰਟੈਂਟ ਹੈ। ਜਿਨ੍ਹਾਂ ਨੇ ਟਰੈਵਲ ਕਰਨਾ, ਉਹਨਾਂ ਵਾਸਤੇ ਇੰਪੋਰਟੈਂਟ ਹੈ। ਜਿਨ੍ਹਾਂ ਨੇ ਕਿਤੇ ਬਾਹਰ ਜਾਣਾ, ਯੂਰਪ ਜਾਣਾ, ਜਾਂ ਕਿਸੇ ਨੇ ਕੋਈ ਏਸ਼ੀਆ ਵਿੱਚ ਜਾਣਾ, ਜਾਂ ਇਹ ਬਾਰਡਰ ਵੀ ਕ੍ਰਾਸ ਕਰਨਾ, ਤੇ ਵੈਕਸੀਨੇਸ਼ਨ ਦੀ ਜ਼ਰੂਰਤ ਪੈਣੀ ਹੈ। ਪਿਛਲੇ ਹਫਤੇ ਵੀ ਮੈਂ ਪ੍ਰੋਗਰਾਮ 'ਚ ਗੱਲ ਕੀਤੀ ਸੀ। ਜਿਹੜਾ ਇੱਥੇ BC 'ਚ ਕਾਰਡ ਮਿਲਦਾ, ਛੋਟਾ ਜਿਹਾ ਕਾਰਡ ਹੈ, ਉਹਦੇ ਵਿੱਚ ਜਦੋਂ ਵੀ ਵੈਕਸੀਨੇਸ਼ਨ ਲਵਾਉਣ ਜਾਂਦੇ ਆ, ਉਹ ਤੁਹਾਡੀ ਐਂਟਰੀ ਹੁੰਦੀ ਹੈ। ਤੁਹਾਡਾ ਹੁੰਦਾ ਵੀ ਕਿਹੜਾ ਵੈਕਸੀਨੇਸ਼ਨ ਲਵਾਇਆ, ਫਸਟ ਡੋਜ਼ ਕਦੋਂ ਲੱਗੀ ਸੀ, ਸੈਕੰਡ ਡੋਜ਼ ਕਦੋਂ ਲੱਗੀ ਸੀ। ਉਹ ਇੱਕ ਡਾਟਾ ਵਿੱਚ ਇਹਨਾਂ ਨੇ ਐਂਟਰ ਕਰ ਲੈਣਾ। ਉਹਦੇ ਤੋਂ ਇਨਫੋਰਮੇਸ਼ਨ ਜਿਹੜੀ ਨਾ ਲੈਣੀ ਬੜੀ ਸੌਖੀ ਹੈ ਡਿਜੀਟਲ ਤੌਰ 'ਤੇ। ਸੋ ਵੈਕਸੀਨੇਸ਼ਨ ਦਾ ਜਿਹੜਾ ਰੈਕਡ ਜਿਹੜਾ ਨਾ ਤੁਹਾਨੂੰ ਪੇਪਰ ਦੇਣਾ ਜਾਂ ਕਿਸੇ ਵੀ ਵੈਦਰ ਇਸ ਪਾਸਪੋਰਟ ਜਾਂ ਜੋ ਵੀ ਇਹਦਾ ਤੁਸੀਂ ਨਾਂ ਲੈਣਾ, ਉਹਦੇ 'ਚ ਕੋਈ ਫਰਕ ਨਹੀਂ ਪੈਂਦਾ। ਗੱਲ ਤੇ ਆ ਵੀ ਤੁਹਾਡੇ ਕੋਲ ਚਾਹੀਦੀ ਇਨਫੋਰਮੇਸ਼ਨ ਜਿਹੜੀ ਸੋਲਿਡ ਹੋਏ, ਤੇ ਪਰ ਨਾਲ ਉਹ ਜਿਹੜੀ ਐਕਸੈਪਟੇਬਲ ਵੀ ਹੋਏ ਇੰਟਰਨੈਸ਼ਨਲ ਲੈਵਲ 'ਤੇ। ਕਈ ਕੰਟਰੀਆਂ ਨੇ ਇਹਦੇ ਬਾਰੇ ਵਿਚਾਰ ਕੀਤਾ। ਸੋ ਹੋਪਫੁਲੀ ਜਿਹੜਾ ਵੀ ਇਨਫੋਰਮੇਸ਼ਨ ਆਏਗੀ, ਉਹ ਲੋਕਾਂ ਦੇ ਵਾਸਤੇ ਠੀਕ ਹੀ ਹੋਏਗਾ, ਸਾਡੇ ਸਾਰਿਆਂ ਵਾਸਤੇ। ਕਿਉਂਕਿ ਜੇ ਕੋਈ 20 ਜਾਂ 25 ਸਾਲ ਪਹਿਲਾਂ ਲੋਕਾਂ ਨੂੰ ਵੈਕਸੀਨੇਸ਼ਨ ਵਿਖਾਉਣਾ ਪੈਂਦਾ ਹੁੰਦਾ ਸੀ, ਜਦੋਂ ਇੱਕ ਕੰਟਰੀ, ਖਾਸ ਕਰਕੇ ਜਦੋਂ ਕੈਨੇਡਾ ਵਿੱਚ ਆਉਂਦੇ ਸੀ ਲੋਕ 60 ਜਾਂ 70 ਦੇ ਵਿੱਚ, ਉਸ ਟਾਈਮ ਦੇ ਵਿੱਚ ਵੈਕਸੀਨੇਸ਼ਨ ਦਾ ਰੈਕਡ ਵੇਖਦੇ ਹੁੰਦੇ ਸੀ। ਖਾਸ ਕਰਕੇ ਉਹਨਾਂ ਨੇ ਦੇਖਣਾ ਵੀ ਤੁਹਾਨੂੰ ਇਹਦਾ BCG ਦਾ ਵੈਕਸੀਨੇਸ਼ਨ ਲੱਗਾ ਕਿ ਨਹੀਂ ਲੱਗਾ, ਦੇਖਣਾ ਵੀ ਤੁਹਾਨੂੰ ਪੋਲੀਓ ਦਾ ਲੱਗਾ ਕਿ ਨਹੀਂ, ਮੀਜ਼ਲ ਜਾਂ ਮੰਪਸ ਜਾਂ ਰੁਬੈਲਾ ਦਾ। ਇਹ ਗੱਲਾਂ ਪਹਿਲਾਂ ਵੀ ਚੱਲਦੀਆਂ ਸਨ, ਕਿਉਂਕਿ ਵਿਚਕਾਰ ਜੀ ਆ ਕੇ ਗੱਲਾਂ ਜਿਹੜੀਆਂ ਘਟ ਗਈਆਂ। ਹੁਣ ਫਿਰ COVID-19 ਕਰਕੇ ਸਾਰਿਆਂ ਨੂੰ ਫਿਰ ਅਕਲ ਆ ਗਈ ਹੈ ਕਿ ਇਹ ਗੱਲਾਂ ਇੰਪੋਰਟੈਂਟ ਨੇ। ਜਿਹੜੀ ਇਨਫੋਰਮੇਸ਼ਨ ਹੈ ਸ਼ੇਅਰ ਕਰਨੀ ਇੰਪੋਰਟੈਂਟ ਹੈ। ਜਦੋਂ ਵੈਕਸੀਨੇਸ਼ਨ ਲਵਾ ਲਿਆ, ਆਈਸੋਲੇਸ਼ਨ ਵਿੱਚ ਤਾਂ ਨਹੀਂ ਰਹਿ ਸਕਦੇ ਲੋਕਾਂ ਨੇ। ਟਰੈਵਲ ਕਰਨਾ, ਜੇ ਤੁਸੀਂ ਇੰਟਰ ਪ੍ਰੋਵਿੰਸ਼ੀਅਲ ਟਰੈਵਲ ਕਰਨਾ, ਫਿਰ ਵੀ ਜ਼ਰੂਰਤ ਪੈਣੀ ਹੈ। ਯਾਦ ਹੈ ਇੱਕ ਵਾਰੀ ਟਾਈਮ ਸੀ ਕਿ ਜਦੋਂ ਜੇ ਤੁਸੀਂ BC ਵਿੱਚ ਵੀ ਹੈਗੇ ਹੋ ਤੇ ਜੇ ਇੰਜੈਕਸ਼ਨ ਲਵਾਇਆ ਤੇ ਇਨਫੋਰਮੇਸ਼ਨ ਨਹੀਂ ਆ ਗਈ, ਤੁਹਾਨੂੰ ਬਾਹਰ ਨਹੀਂ ਸੀ ਜਾਣ ਦਿੰਦੇ। ਸੋ ਜੇ ਉਸ ਗੱਲ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਇਨਫੋਰਮੇਸ਼ਨ ਲਓ, ਵੈਕਸੀਨੇਸ਼ਨ ਲਵਾਓ। ਪਰ ਅਲਟੀਮੇਟਲੀ ਇਹ ਸਾਰੀਆਂ ਗੱਲਾਂ ਦਾ ਮਤਲਬ ਤਾਂ ਹੀ ਹੋਣਾ ਜੇ ਵੈਕਸੀਨੇਸ਼ਨ ਲੋਕ ਲਵਾਉਣਗੇ ਸਾਰੇ। ਜਿਹੜਾ ਇੱਕ ਪਰਸੈਂਟੇਜ ਹੈ, ਬਹੁਤ ਛੋਟਾ ਪਰਸੈਂਟੇਜ ਜਿਨ੍ਹਾਂ ਨੇ ਨਹੀਂ ਲਵਾਇਆ, ਉਹਨਾਂ ਨੂੰ ਇਹ ਪ੍ਰੋਬਲਮ ਜ਼ਿਆਦਾ ਆ ਰਹੀ ਹੈ। ਉਹੀ ਪ੍ਰੋਬਲਮ ਕ੍ਰੀਏਟ ਕਰਦੇ ਪਏ ਨੇ। ਉਹਨਾਂ ਨੂੰ ਚਾਹੀਦਾ ਵੀ ਆਪਣੇ ਵਾਸਤੇ ਨਹੀਂ ਤੇ ਲੋਕਾਂ ਦੀ ਪ੍ਰੋਟੈਕਸ਼ਨ ਵਾਸਤੇ ਇਹ ਕੰਮ ਕਰਨ। ਬਾਕੀ ਗੱਲ ਰਹੀ ਕਿ ਜਿਨ੍ਹਾਂ ਨੂੰ 2 ਵੈਕਸੀਨੇਸ਼ਨ ਲੱਗੇ ਨੇ, 2 ਡੋਜ਼ਸ ਨੇ, ਇਹ ਨਹੀਂ ਜ਼ਰੂਰੀ ਵੀ ਉਹਨਾਂ ਨੂੰ ਨਹੀਂ ਪ੍ਰੋਬਲਮ ਆ ਸਕਦੀ, ਪਰ ਹੋ ਸਕਦਾ ਜਿਹੜੀ ਉਹਨਾਂ ਦੀ ਸਵੈਲਿਟੀ ਆਫ ਇਲਨੈਸ ਹੈ ਉਹ ਘੱਟ ਹੋਏਗੀ। ਸੋ ਇਹ ਸਾਰੀਆਂ ਗੱਲਾਂ ਦਾ ਵਿੱਚੋਂ 2-4 ਜਿਹੜੇ ਪੁਆਇੰਟ ਨੇ ਮੋਸਟ ਇੰਪੋਰਟੈਂਟ ਨੇ। ਵੈਕਸੀਨੇਸ਼ਨ ਲਵਾਓ, ਅਵੇਲੇਬਿਲਿਟੀ ਹੈਗੀ ਹੈ ਕੈਨੇਡਾ ਵਿੱਚ, ਐਨਫ ਨੇ ਡੋਜ਼ਸ, BC ਵਿੱਚ ਡੋਜ਼ਸ ਬੜੀਆਂ ਨੇ। ਇਸ ਤੋਂ ਇਲਾਵਾ ਜਿਹੜਾ ਫਰੇਜ਼ਰ ਹੈਲਥ ਜਿੱਥੇ ਅਸੀਂ ਰਹਿ ਰਹੇ ਹਾਂ, ਥਾਂ ਤੇ ਇਹਨਾਂ ਨੇ ਸੈਂਟਰ ਖੋਲ੍ਹੇ ਨੇ। ਕਿਸੇ ਕੋਲੋਂ ਇਹ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਵੀ ਮੈਨੂੰ ਟਾਈਮ ਨਹੀਂ ਮਿਲਿਆ, ਜਾਂ ਮੈਨੂੰ ਵੇਟ ਕਰਨਾ ਪਿਆ, ਜਾਂ ਮੈਨੂੰ ਟਰੈਵਲ ਕਰਨਾ ਪੈਂਦਾ। ਸਾਰੀ ਜਗ੍ਹਾ 'ਤੇ ਇਨਫੋਰਮੇਸ਼ਨ ਅਵੇਲੇਬਲ ਹੈਗੀ ਹੈ। ਤੁਸੀਂ ਸਿੰਪਲ ਜਾ ਕੇ ਆਪਣੀ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਇਨਫੋਰਮੇਸ਼ਨ ਲਓ, ਤੇ ਆਪਣੇ ਜੋ ਵੀ ਤੁਹਾਡੇ ਲੋਕਲ ਹੈਲਥ ਵਾਲੇ ਨੇ ਜਾਂ ਲੋਕਲ ਰੈਪਰੈਜ਼ੈਂਟੇਟਿਵਸ ਜਿਹੜੇ ਨੇ, ਉਹਨਾਂ ਦੇ ਆਫਿਸ ਵਿੱਚੋਂ ਇਨਫੋਰਮੇਸ਼ਨ ਮਿਲ ਜਾਂਦੀ। ਸੋ ਆਈ ਥਿੰਕ ਜਿਹੜਾ ਓਵਰਆਲ ਜਿਹੜੀ BC ਗਵਰਨਮੈਂਟ ਨੇ ਜਿਹੜਾ ਰੋਲ ਆਊਟ ਕੀਤਾ, ਜਿਸ ਹਿਸਾਬ ਨਾਲ ਫੋਲੋ ਕਰਦੇ ਪਏ ਨੇ ਜੋ ਵੀ ਉਹਨਾਂ ਦੀਆਂ ਇੰਸਟਰਕਸ਼ਨਾਂ ਨੇ, ਬੜੀਆਂ ਇਫੈਕਟਿਵ ਨੇ। ਇਹਦੇ ਵਿੱਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ। ਜੇ 70-75% ਤੋਂ ਲੋਕਾਂ ਦਾ ਸੈਕਿੰਡ ਕੋਈ ਇੱਕ ਡੋਜ਼ ਲਵਾ ਚੁੱਕੇ ਨੇ, ਇਹਦਾ ਮਤਲਬ ਜਸਟ ਰਿਮੈਂਬਰ ਕਿ ਜੇ ਮੋਰ ਦੈਨ 2.2 ਮਿਲੀਅਨ ਡੋਜ਼ਸ ਆਲਰੇਡੀ ਸਿਰਫ ਫਰੇਜ਼ਰ ਹੈਲਥ ਵਿੱਚ ਨੇ, ਤੇ 1.8 ਮਿਲੀਅਨ ਦੇ ਸਾਰੇ ਲੋਕ ਨੇ। ਉਹਦੇ ਵਿੱਚੋਂ ਜਿਹੜੇ 12 ਸਾਲ ਤੋਂ ਜਿਨ੍ਹਾਂ ਦੀ ਵੱਡੀ ਉਮਰ ਹੈ, ਉਹਨਾਂ ਨੂੰ 2-2 ਟੀਕੇ ਲੱਗ ਚੁੱਕੇ ਨੇ। ਸੋ ਬਿਲਕੁਲ, ਜਿੱਦਾਂ ਕਿਹਾ ਕਿ ਵੈਕਸੀਨ ਪਾਸਪੋਰਟ ਜਿਹੜਾ ਆ ਉਹ ਆਨਲਾਈਨ ਹੋ ਸਕਦਾ ਆ, ਜੇ ਕਿਸੇ ਨੂੰ ਲੋੜ ਹੈ ਤਾਂ ਉਹ ਪੇਪਰ ਵੀ ਆ ਜਾਏਗਾ। ਸੋ ਅਜੇ ਇਹ ਨਹੀਂ ਪਤਾ ਕਿ ਕਿਸ ਤਰ੍ਹਾਂ ਦਾ ਹੋਏਗਾ, ਵਰਕ ਕੀਤਾ ਜਾ ਰਿਹਾ। ਤੇ ਇਹ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਅਕਤੂਬਰ ਤੱਕ ਇਹ ਪਾਸਪੋਰਟ ਜਿਹੜੇ ਨੇ ਉਹ ਦੇ ਦਿੱਤੇ ਜਾਣ, ਕਿਉਂਕਿ ਜਿਹੜਾ ਸਾਨੂੰ ਪ੍ਰੋਵਿੰਸਸ ਦੇ ਦੁਆਰਾ ਕਾਰਡ ਦਿੱਤੇ ਜਾ ਰਹੇ ਆ, ਇਹ ਨਹੀਂ ਕਿ ਅਸੀਂ ਉਹ ਸੰਭਾਲ ਕੇ ਨਹੀਂ ਰੱਖਣੇ, ਅਸੀਂ ਉਹ ਵੀ ਸੰਭਾਲ ਕੇ ਰੱਖਣੇ ਆ ਕਿ ਉਹ ਵੀ ਪ੍ਰੂਫ ਹੈਗਾ ਆ। ਪਰ ਨੈਸ਼ਨਲੀ ਜਿਹੜਾ ਸਬੂਤ ਹੈਗਾ ਕਿ ਕੈਨੇਡਾ ਦੇ ਵਿੱਚ ਤੁਹਾਨੂੰ ਵੈਕਸੀਨ ਲੱਗੀ ਹੈ, ਕਿਹੜੀ ਡੋਜ਼ ਲੱਗੀ ਹੈ, ਕਦੋਂ ਲੱਗੀ ਹੈ, ਸੋ ਇਹ ਸਾਰਾ ਰੈਕਡ ਜਿਹੜਾ ਹੈ ਉਹ ਤੁਹਾਨੂੰ ਸੰਭਾਲ ਕੇ ਰੱਖਣਾ ਹੋਏਗਾ। ਸੋ
ਉਹਦੇ ਲਈ ਇੱਕ ਜਿਹੜਾ ਡਾਕੂਮੈਂਟ ਆ ਉਹ ਤੁਹਾਨੂੰ ਦਿੱਤਾ ਜਾਏਗਾ। ਡਾਕਟਰ ਜੀ, ਮੈਂ ਜਦੋਂ ਗੱਲ ਆਉਂਦੀ ਹੈ ਡੈਲਟਾ ਵੇਰੀਐਂਟ ਦੀ, ਅਲਫਾ ਦੀ ਗੱਲ ਕੀਤੀ, ਅਸੀਂ ਡੈਲਟਾ ਦੀ ਗੱਲ ਕੀਤੀ, ਤੁਸੀਂ ਸਾਨੂੰ ਸਮੇਂ-ਸਮੇਂ ਤੇ ਇਨਫੋਰਮੇਸ਼ਨ ਦਿੱਤੀ, ਹੁਣ ਨਵਾਂ ਵੇਰੀਐਂਟ ਲੈਂਬਡਾ ਦੀ ਗੱਲ ਹੋ ਰਹੀ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ। ਹੁਣ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇਹ ਹੈ ਕਿ ਕੀ ਕੋਵਿਡ ਸਾਡੇ ਦਿਲਾਂ ਦੇ ਵਿੱਚੋਂ, ਜ਼ਿੰਦਗੀ ਦੇ ਵਿੱਚੋਂ ਜਾਏਗਾ? ਕਿ ਸਾਨੂੰ ਇਸੇ ਤਰ੍ਹਾਂ ਹੀ ਸ਼ਾਰਟਸ ਲਗਵਾਉਣੇ ਪੈਣਗੇ? ਕਿਉਂਕਿ ਅਮਰੀਕਾ ਦੇ ਵਿੱਚੋਂ ਖਬਰਾਂ ਇਹ ਵੀ ਸਨ ਕਿ ਲੋਕਾਂ ਨੇ ਬੂਸਟਰ ਡੋਜ਼ ਜਿਹੜਾ CDC ਦੀ ਮਨਜ਼ੂਰੀ ਤੋਂ ਪਹਿਲਾਂ ਹੀ ਲੈਣੇ ਸ਼ੁਰੂ ਕਰ ਦਿੱਤੇ ਆ, ਝੂਠ ਬੋਲ ਕੇ ਲੈਣੇ ਸ਼ੁਰੂ ਕਰ ਦਿੱਤੇ ਆ, ਕਹਿੰਦੇ ਤੀਜਾ ਵੈਕਸੀਨ ਜਿਹੜੀ ਲਗਵਾ ਲੈਣੀ ਚਾਹੀਦੀ ਹੈ। ਕੀ ਹੁਣ ਇਹ ਸਾਨੂੰ ਹਰ ਸਾਲ ਵੈਕਸੀਨ ਲੱਗਣੀ ਹੈ? ਕਿਉਂਕਿ ਇਹ ਹਜੇ ਆਨਸਰ ਕਲੀਅਰ ਕਿਸੇ ਨੂੰ ਨਹੀਂ ਪਤਾ, ਪਰ ਕਈ ਲੋਕ ਇਹ ਵੀ ਕਹਿ ਰਹੇ ਆ ਕਿ ਸ਼ਾਇਦ ਪੂਰੀ ਲਾਈਫ ਜਿਹੜਾ ਹੈ ਸਾਨੂੰ ਕੋਵਿਡ ਦੇਖਣਾ ਪਏਗਾ। ਹੁਣ ਲੋਕਾਂ ਦਾ ਜਿਹੜਾ ਸਵਾਲ ਹੈ ਕਿ ਕੋਵਿਡ ਕਦੋਂ ਤੱਕ ਸਾਨੂੰ ਚੱਲਣਾ ਪਏਗਾ, ਤੁਸੀਂ ਕੀ ਕਹੋਗੇ ਇਸ ਸਵਾਲ ਨੂੰ ਲੈ ਕੇ? ਦੇਖੋ, ਇਹ ਜਿਹੜਾ ਨਾ ਕੋਵਿਡ ਦੀ ਜਿਹੜੀ ਕਹਾਣੀ ਹੈ, ਇਹ ਹਰ ਮਹੀਨੇ, ਹਰ ਹਫਤੇ, ਹਰ ਦਿਨ ਬਦਲਦੀ ਹੈ। ਪਰ ਜਿਹੜਾ ਮੇਨ ਇਹਦਾ ਇਸ਼ੂ ਉਹੀ ਹੈਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੈਕਸੀਨੇਸ਼ਨ ਇੰਪੋਰਟੈਂਟ ਹੈ, ਪਰ ਵੈਕਸੀਨੇਸ਼ਨ ਦੇ ਨਾਲ ਇਹ ਵੇਖਣਾ ਪੈਣਾ ਕਿ ਜਿਹੜੇ ਵੈਕਸੀਨੇਸ਼ਨ ਲੱਗਣ ਤੋਂ ਬਾਅਦ ਬਾਡੀ ਵਿੱਚ ਇਮਿਊਨਿਟੀ ਕਿੰਨੇ ਟਾਈਮ ਵਾਸਤੇ ਆ ਗਿਆ, ਉਹਦੇ ਬਾਰੇ ਤਾਂ ਕਿਸੇ ਨੂੰ ਨਹੀਂ ਪਤਾ। 4 ਮਹੀਨੇ, 6 ਮਹੀਨੇ, 8 ਮਹੀਨੇ ਜਾਂ ਸਾਲ, ਤੇ ਹੋ ਸਕਦਾ ਵੀ ਹਰ ਸਾਲ ਵੀ ਲਾਉਣਾ ਪਏ, ਬੂਸਟਰ ਡੋਜ਼ ਲਾਉਣੀ ਪਏ। ਜਿਸ ਤਰ੍ਹਾਂ USA ਵਿੱਚ ਜਾਂ ਬਾਕੀ ਜਿਹੜੇ ਮੇਜਰ ਕੰਟਰੀਜ਼ ਨੇ, ਉਹ ਫੈਸਲਾ ਉਹਨਾਂ ਨੇ ਅਜੇ ਕਿਸੇ ਨੇ ਨਹੀਂ ਕੀਤਾ ਕਿ ਜਿਹੜਾ ਬੂਸਟਰ ਡੋਜ਼ ਹੈ ਉਹ ਕਿੰਨਾ ਵਾਸਤੇ ਜ਼ਰੂਰੀ ਹੈ। ਅਲਟੀਮੇਟਲੀ ਤੇ ਇੱਕ ਟਾਈਮ ਆਉਣਾ ਹੈ, ਸਾਰੇ ਫੈਸਲੇ ਕਰਨੇ ਪੈਣੇ ਨੇ। ਪਰ ਜਿਹੜੀ ਇਨਫੋਰਮੇਸ਼ਨ WHO ਤੋਂ ਆ ਰਹੀ ਹੈ ਉਹਦੇ ਮੁਤਾਬਕ ਅਜੇ ਕੋਈ ਉਹਦੇ ਵਿੱਚੋਂ ਕੋਈ ਸੋਲਿਡ ਉਹਨਾਂ ਕੋਲ ਪ੍ਰੂਫ ਨਹੀਂ ਹੈਗਾ ਕਿ ਜਿਹੜੀ ਇਮਿਊਨਿਟੀ ਲੈਵਲ ਹੈ ਕਿਸ ਹਿਸਾਬ 'ਤੇ ਪਹੁੰਚੀ ਹੈ, ਕਦੋਂ ਵੈਕਸੀਨੇਸ਼ਨ ਤੁਹਾਨੂੰ 3rd ਦੀ ਜ਼ਰੂਰਤ ਪੈਣੀ ਹੈ। ਪਰ ਓਵਰਆਲ ਜਿਹੜੀ ਲੋਕਾਂ ਨੂੰ ਕਮ ਸੇ ਕਮ ਜੇ 182 ਕੰਟਰੀ ਵਿੱਚ ਇਹ ਗੱਲ ਹੋ ਚੁੱਕੀ ਹੈ, ਸਾਰੇ ਪਾਸੇ ਕੋਆਰਡੀਨੇਸ਼ਨ ਹੋ ਰਹੀ ਹੈ, ਐਨਫ ਰਿਸੋਰਸਿਸ ਨੇ, ਇਹਦੇ ਨਾਲ ਜਿਹੜੀ ਕੋਆਪਰੇਸ਼ਨ ਬੜੀ ਚੱਲਦੀ ਪਈ ਹੈ, ਪੈਸੇ ਦੀ ਕੋਈ ਘਾਟ ਨਹੀਂ, ਜਿਹੜੇ ਵੈਕਸੀਨੇਸ਼ਨ ਉਹਨਾਂ ਦੀਆਂ ਬੜੇ ਜ਼ਿਆਦਾ ਅਵੇਲੇਬਲ ਹੈਗੀਆਂ। ਪਰ ਨਾਲ ਇਹ ਵੀ ਦੇਖੋ ਕਿ ਜਿਹੜਾ ਵੈਕਸੀਨੇਸ਼ਨ ਕੈਨੇਡਾ ਦੀ ਬੜੀ ਇੱਕ ਪੋਜ਼ਿਟਿਵ ਸਟੋਰੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਹੋਣਾ ਨੇ, ਇਹਨਾਂ ਦੀ ਸਰਕਾਰ ਨੇ ਜਦੋਂ ਵੈਕਸੀਨੇਸ਼ਨ ਆਰਡਰ ਕੀਤੇ, ਲੋਕਾਂ ਨੇ ਬੜਾ ਕ੍ਰਿਟਿਸਾਈਜ਼ ਕੀਤਾ ਵੀ ਤੁਸੀਂ ਇਹਨੇ ਕਿਉਂ ਕਰਦੇ ਪਏ ਹੋ। ਪਰ ਉਦੋਂ ਇਹ ਨਹੀਂ ਸੀ ਪਤਾ ਵੀ ਕਿਹੜਾ ਵੈਕਸੀਨੇਸ਼ਨ ਮੋਸਟ ਇਫੈਕਟਿਵ ਹੋਣਾ। ਸੋ ਬੜੀਆਂ ਚੋਇਸਿਸ ਸੀ, ਮੋਡਰਨਾ ਹੋ ਗਿਆ, ਫਾਈਜ਼ਰ ਹੋ ਗਿਆ, ਜੌਨਸਨ ਤੇ ਐਸਟਰਾਜ਼ੈਨੇਕਾ। ਸੋ ਹੁਣ ਇਹ ਗੱਲ ਹੋਈ ਕਿ ਐਨਐਫ ਕੈਨੇਡਾ ਕੋਲ ਨੇ ਜਿਹੜੀਆਂ ਨੇ ਵੈਕਸੀਨੇਸ਼ਨ ਦੀਆਂ ਡੋਜ਼ਸ, ਉਹ ਬਾਹਰ ਵੀ ਦੇ ਰਹੇ। ਹੁਣ ਤਕਰੀਬਨ 9, ਮੇਰੇ ਖਿਆਲ 6 to 9 ਮਿਲੀਅਨ ਇਹਨਾਂ ਨੇ ਡੋਨੇਟ ਕਰਨੀਆਂ। ਇੱਕ ਜਿਹੜਾ ਪ੍ਰੋਗਰਾਮ ਸੀ ਨਾ, ਉਹਦੇ ਵਿੱਚ ਸਾਰਿਆਂ ਨੇ ਪੈਸੇ ਕੰਟਰੀਬਿਊਟ ਕੀਤੇ ਸੀ। ਉਹ ਪ੍ਰੋਗਰਾਮ ਸੀ ਕਿ ਜਿਹੜੇ ਪੂਅਰ ਕੰਟਰੀ ਨੇ ਉਹਨਾਂ ਵਾਸਤੇ ਵੀ ਜਿਹੜਾ ਵੈਕਸੀਨੇਸ਼ਨ ਦੀ ਜ਼ਰੂਰਤ ਹੈ। ਸੋ ਗੱਲ ਤੇ ਸਾਰੀ ਕੱਲ ਇਹੋ ਆ ਰਹੀ ਹੈ ਬਾਰ-ਬਾਰ, ਜਿਹੜਾ ਵੈਕਸੀਨੇਸ਼ਨ ਹੈ ਉਹ ਬਹੁਤ ਇੰਪੋਰਟੈਂਟ ਹੈ। ਤੇ ਅਲਟੀਮੇਟਲੀ ਕੱਲ ਜਿਹੜਾ ਇੱਕ ਬੜਾ ਵੱਡਾ ਚੰਗਾ ਫੈਸਲਾ ਹੋਇਆ ਪਰਸੋਂ, ਕਿ ਮੇਰੇ ਖਿਆਲ ਕੱਲ੍ਹ ਜਾਂ ਪਰਸੋਂ ਹੋਇਆ, ਕਿ ਜਿਹੜਾ ਹੁਣ ਜਿਹੜੇ ਵੈਕਸੀਨੇਸ਼ਨ ਹੈ ਬਾਹਰ ਕਿਉਂ ਜਾਂਦੇ ਅਸੀਂ ਖਰੀਦਣ, ਕੈਨੇਡਾ ਦੇ ਵਿੱਚ ਕਿਉਂ ਨਹੀਂ ਇਹਦੀ ਪ੍ਰੋਡਕਸ਼ਨ ਹੋ ਸਕਦੀ। ਸੋ ਮੋਡਰਨਾ ਨੇ ਪਰਸੋਂ ਉਹਨਾਂ ਨੇ ਕਾਨਫਰੰਸ ਕਰਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਕਿ ਅਸੀਂ ਕੈਨੇਡਾ ਵਿੱਚ ਜਿਹੜਾ ਨਾ ਪ੍ਰੋਗਰਾਮ ਇਹ ਸਾਰਾ ਕਰਾਂਗੇ ਡਿਵੈਲਪ। ਕੱਲਾ ਇਹ ਨਹੀਂ ਵੀ ਕੋਵਿਡ ਵੈਕਸੀਨ ਵਾਸਤੇ, ਜਿਹੜੇ ਬਾਕੀ ਵੀ ਵੈਕਸੀਨ ਨੇ ਸਾਰੇ ਬਣਾਉਂਦੇ ਨੇ, ਉਹਨਾਂ ਦੀ ਪ੍ਰੋਡਕਸ਼ਨ ਹੋਏਗੀ ਕੈਨੇਡਾ ਵਿੱਚ। ਕਿਸ ਸ਼ਹਿਰ ਵਿੱਚ ਹੋਣੀ ਹੈ, ਕਿਸ ਪ੍ਰੋਵਿੰਸ ਹੋਣੀ ਹੈ, ਉਹ ਤੇ ਫੈਸਲਾ ਨਹੀਂ ਹੋਇਆ। ਪਰ ਆਈ ਥਿੰਕ ਪਹਿਲੇ ਕੋਈ 10 ਸਾਲ ਪਹਿਲਾਂ ਇਹ ਸਾਰਾ ਕੁਝ ਕੈਂਸਲ ਹੋਇਆ ਸੀ। ਹੁਣ ਸਾਰਿਆਂ ਨੂੰ ਸੋਚਣ ਦੇ ਬਾਅਦ ਇਹ ਜਿਹੜਾ ਕੋਵਿਡ-19 ਨੇ ਮਜਬੂਰ ਕਰਤਾ ਕੈਨੇਡਾ ਨੂੰ ਵੀ ਤੁਸੀਂ ਵੀ ਸੋਚੋ, ਇੱਕ ਇੰਡਸਟਰੀਅਲਾਈਜ਼ ਨੇਸ਼ਨ ਹੋ, G7 ਦੇ ਵਿੱਚ ਤੁਹਾਡਾ ਨਾਂ ਉੱਭਰ ਕੇ ਆਉਂਦਾ, ਤੇ ਤੁਹਾਡੇ ਕੋਲ ਵੈਕਸੀਨੇਸ਼ਨ ਦੀ ਆਪਣੀ ਮੈਨੂਫੈਕਚਰਿੰਗ ਫੈਸਿਲਿਟੀ ਕਿਉਂ ਨਹੀਂ ਹੈਗੀ। ਸੋ ਇਹਨਾਂ ਨੇ ਮੋਡਰਨਾ ਨਾਲ ਗੱਲ ਕੀਤੀ, ਉਹਨਾਂ ਨੂੰ ਜਿਸ ਤਰੀਕੇ ਨਾਲ ਇਹਨਾਂ ਲਿਆ ਕੇ ਆ ਰਹੇ ਨੇ ਪ੍ਰੋਪਰ ਤਰੀਕੇ ਨਾਲ ਉਹਨਾਂ ਅਨਾਉਂਸਮੈਂਟ ਕੀਤੀ ਸੀ। ਸੋ ਆਈ ਥਿੰਕ ਬਹੁਤ ਅੱਛੀ ਗੱਲ ਹੈ, ਕਿਉਂਕਿ ਕੱਲਾ ਕੋਵਿਡ-19 ਨਹੀਂ, ਜਿਸ ਤਰ੍ਹਾਂ ਕਿਹਾ ਕਿ ਕੋਵਿਡ-19 ਦੀ ਹੋ ਸਕਦਾ ਵੀ ਬੂਸਟਰ ਡੋਜ਼ ਲਾਣੀ ਪਏ। ਤੁਸੀਂ ਕਿੰਨੀ ਕੁ ਵਾਰੀ ਬਾਹਰੋਂ ਮੰਗਾਉਣਾ ਸਮਾਨ, ਤੁਹਾਡੇ ਘਰ 'ਚ ਵੀ ਸਮਾਨ ਤਿਆਰ ਹੋਣਾ ਚਾਹੀਦਾ। ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਪੋਜ਼ੀਟਿਵ ਨੇ। ਅਲਟੀਮੇਟਲੀ ਇਹ ਗੱਲਾਂ ਕਰਨ ਦਾ ਇੱਕੋ ਹੈਗਾ ਮਤਲਬ, ਵੈਕਸੀਨੇਸ਼ਨ ਇੰਪੋਰਟੈਂਟ ਹੈ, ਪ੍ਰੀਵੈਂਸ਼ਨ ਵਾਸਤੇ ਇੰਪੋਰਟੈਂਟ ਹੈ। ਇਹ ਜਿਹੜੀ ਦੁਨੀਆ ਦੇ ਵਿੱਚ ਜਿਹੜੀ ਵੀ ਡਿਜ਼ੀਜ਼ ਨੂੰ ਪ੍ਰੀਵੈਂਟ ਕੀਤਾ ਗਿਆ, ਉਹ ਸਾਰਾ ਵੈਕਸੀਨੇਸ਼ਨ ਨਾਲ ਹੋਇਆ। ਤੇ ਹਰ ਵਾਰੀ ਮੈਂ ਰਿਪੀਟ ਕਰਨਾ ਕਿ ਸਮਾਲ ਪੌਕਸ ਨੂੰ ਵੈਕਸੀਨੇਸ਼ਨ ਨੇ ਕੱਢਿਆ, ਆਪਣਾ ਇਹਨੂੰ ਪੋਲੀਓ ਨੂੰ ਵੈਕਸੀਨੇਸ਼ਨ ਨੇ ਕੰਟਰੋਲ ਕੀਤਾ, ਮੀਜ਼ਲ, ਮੰਪਸ, ਰੂਬੈਲਾ, ਹੈਪੇਟਾਈਟਸ A, B, ਮੈਨੇਜਾਈਟਸ, ਇਹ ਸਾਰੀਆਂ ਗੱਲਾਂ ਦਾ ਕੰਟਰੋਲ ਹੋਇਆ। ਤੇ ਹੁਣ ਜੇ ਦੁਨੀਆ ਦੇ ਵਿੱਚ ਅੱਗੇ ਵੀ ਚੱਲਣਾ, ਜੇ ਬਾਕੀ ਗੱਲਾਂ ਵਾਸਤੇ ਵੀ ਵੈਕਸੀਨੇਸ਼ਨ ਆ ਰਹੇ, ਮਲੇਰੀਆ ਵਾਸਤੇ ਵੀ ਡਿਵੈਲਪ ਹੋ ਰਿਹਾ, ਅਜੇ ਬਾਹਰ ਨਹੀਂ ਆਇਆ ਪੂਰਾ ਆਪਣਾ। ਉਹਦੇ ਵਾਸਤੇ ਟਿਊਬਰਕਲੋਸਿਸ ਵਾਸਤੇ ਪਹਿਲਾਂ ਸੀ BCG ਵੈਕਸੀਨੇਸ਼ਨ, HIV ਵਾਸਤੇ ਵੀ ਸਾਰੀ ਇਹ ਸਾਰਾ ਕਾਫੀ ਡਿਵੈਲਪਮੈਂਟਸ ਹੋ ਰਹੀਆਂ ਨੇ। ਸੋ ਜੇ ਕੈਨੇਡਾ ਦਾ
ਜਿਹੜੀ ਕੈਨੇਡਾ ਦੀ ਜਿਹੜੀ ਗਵਰਨਮੈਂਟ ਨੇ ਜਿਹੜਾ ਵੀ ਮੋਡਰਨਾ ਦੇ ਨਾਲ ਐਗਰੀਮੈਂਟ ਕੀਤਾ, ਉਸ ਐਗਰੀਮੈਂਟ ਨੂੰ ਮੈਂ ਸਮਝਦਾ ਵੀ ਬੜਾ ਚੰਗੀ ਨਿਊਜ਼ ਹੈ ਕਿ ਇਸ ਧਰਤੀ ਦੇ ਵਿੱਚ ਵੀ ਆਪਾਂ ਨੂੰ ਬਾਹਰ ਵੱਲ ਨਹੀਂ ਵੇਖਣਾ ਪੈਣਾ। ਉਦੋਂ ਜੋ ਇਹਨਾਂ ਨੇ ਕਦੀ ਕਿਸੇ ਨਾਲ ਫੋਨ ਕਰੋ, ਕਦੀ ਕਿਸੇ ਨਾਲ ਗੱਲਬਾਤ ਕਰਕੇ, ਸੋ ਓਵਰਆਲ ਜਿਹੜੀਆਂ ਗੱਲਾਂ ਠੀਕ ਹੋ ਰਹੀਆਂ। ਬਿਲਕੁਲ ਡਾਕਟਰ ਜੀ, ਮੈਂ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਚੀਜ਼ਾਂ ਕੈਨੇਡਾ ਦੇ ਵਿੱਚ ਹੋ ਰਹੀਆਂ, ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੈਗੀਆਂ ਕੋਵਿਡ ਤੋਂ ਬਾਅਦ। ਅਸੀਂ ਡਿਫਰੈਂਟ ਤਰ੍ਹਾਂ ਦੀ ਲਾਈਫ ਜਿਉਣ ਲੱਗ ਗਏ ਹਾਂ, ਪਰ ਵੈਕਸੀਨੇਸ਼ਨ ਤੇ ਅਸੀਂ ਜ਼ੋਰ ਦੇ ਰਹੇ ਹਾਂ ਕਿ ਵੈਕਸੀਨੇਸ਼ਨ ਜਿਹੜੀ ਲਗਵਾਈ ਜਾਵੇ। ਇਹ ਲੌਂਗ ਟਰਮ ਇਫੈਕਟ ਕਰਦਾ ਆ, ਕਿਉਂਕਿ ਹੁਣ ਅਸੀਂ ਬਹੁਤ ਸਾਰੇ ਕੇਸ ਅਜਿਹੇ ਦੇਖੇ ਨੇ ਕਿ ਜਿਨ੍ਹਾਂ ਨੂੰ ਕੋਵਿਡ ਹੋਇਆ ਸੀ ਅਜੇ ਤੱਕ ਰਿਕਵਰ ਨਹੀਂ ਕਰ ਪਾਏ। ਉਹਨਾਂ ਨੂੰ ਅਜੇ ਵੀ ਕੋਈ ਨਾ ਕੋਈ ਬਿਮਾਰੀ ਹੈ, ਜਿਹੜੇ ਕਹਿੰਦੇ ਸੀ ਕਿ ਅਸੀਂ ਹਰ ਰੋਜ਼ ਪਤਾ ਨਹੀਂ ਕਿੰਨੇ ਕਿਲੋਮੀਟਰ ਤੁਰ ਲੈਂਦੇ ਸੀ, ਪਰ ਹੁਣ ਅਸੀਂ 2 ਸਟੈਪ ਵੀ ਚੜ੍ਹਦੇ ਹਾਂ ਤਾਂ ਸਾਡਾ ਸਾਹ ਚੜ੍ਹਨ ਲੱਗ ਜਾਂਦਾ ਆ, ਜਾਂ ਅਸੀਂ ਕਹਿ ਸਕਦੇ ਹਾਂ ਕਿ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਆਉਣ ਲੱਗ ਗਈਆਂ ਨੇ। ਸੋ ਇਹ ਹੈ ਕਿ ਪੋਸਟ ਕੋਵਿਡ ਜਿਹੜੀਆਂ ਨੇ, ਉਹ ਚਾਹੇ ਸਾਨੂੰ ਵੈਕਸੀਨ ਲੱਗ ਗਈ ਹੈ ਪਰ ਬਹੁਤ ਸਾਰੀਆਂ ਮੁਸ਼ਕਿਲਾਂ ਆ ਰਹੀਆਂ ਨੇ। ਅਜਿਹਾ ਕੋਈ ਕੇਸ ਸਾਹਮਣੇ ਆਇਆ, ਕੀ ਕਹੋਗੇ ਇਸ ਬਾਰੇ? ਦੇਖੋ, ਇਹ ਜਿਹੜੀਆਂ ਗੱਲਾਂ ਨੇ ਨਾ, ਪਹਿਲੀ ਗੱਲ ਤੇ ਜਿਹੜੇ ਵੈਕਸੀਨ ਦੇ ਵੀ ਸਾਈਡ ਇਫੈਕਟਸ ਹੈ ਨੇ। ਕਈਆਂ ਨੂੰ ਲੋਕਲ ਹੁੰਦੇ ਨੇ ਸਾਈਡ ਇਫੈਕਟਸ, ਜਿੱਥੇ ਇੰਜੈਕਸ਼ਨ ਲੱਗਦਾ, ਕਈਆਂ ਨੂੰ ਥੋੜੀ ਬਹੁਤੀ ਵੀਕਨੈਸ ਆਉਂਦੀ ਹੈ, ਟਾਇਰਡਨੈਸ ਆਉਂਦੀ ਹੈ, ਕਈ ਲੋਕਾਂ ਨੂੰ ਕਾਫੀ ਟਾਈਮ ਲੱਗਦਾ ਰਿਕਵਰੀ ਵਾਸਤੇ। ਪਰ ਜਿਹੜਾ ਓਵਰਆਲ ਜਿਹੜਾ ਨਾ ਵੈਕਸੀਨੇਸ਼ਨ ਨਾਲ ਫਾਇਦਾ ਹੋਇਆ। ਪਰ ਜਿਨ੍ਹਾਂ ਨੂੰ ਇਹ ਤਕਲੀਫ ਹੋਈ ਸੀ, ਉਹ ਸ਼ੁਰੂ ਦੇ ਵਿੱਚ ਉਹਨਾਂ ਨੂੰ ਹੋਈ ਸੀ ਜਿਹੜੇ ਕਿ ਜਿਨ੍ਹਾਂ ਨੂੰ ਬੜੀਆਂ ਵੱਡੀਆਂ ਪ੍ਰੋਬਲਮ ਸੀ, ਉਹਨਾਂ ਦੀ ਏਜ ਸੀ ਜ਼ਿਆਦਾ, ਉਹਨਾਂ ਨੂੰ ਕ੍ਰੋਨਿਕ ਡਿਜ਼ੀਜ਼ ਸਨ। ਪਰਸਨਲ ਕੇਅਰ ਹੋਮ ਦੇ ਵਿੱਚ ਬਹੁਤ ਲੋਕਾਂ ਦੀ ਮੌਤ ਹੋਈ। ਫਿਰ ਉਸ ਤੋਂ ਬਾਅਦ ਇਹ ਬਦਲ ਗਿਆ, ਜਿਹੜੇ ਸੀ ਥੋੜ੍ਹੇ ਜਿਹੇ ਹੈਲਥੀ ਉਹਨਾਂ ਨੂੰ ਸ਼ੁਰੂ ਹੋਣਾ ਹੋ ਗਿਆ। ਅਲਟੀਮੇਟਲੀ ਇਹਨੇ ਹਰ ਜਿਹੜਾ ਨਾ ਏਜ ਗਰੁੱਪ 'ਤੇ ਇੰਪੈਕਟ ਕੀਤਾ। ਹੁਣ ਲੇਟਲੀ ਇਹ ਛੋਟੇ ਬੱਚਿਆਂ 'ਤੇ ਵੀ ਇਹਨੇ ਇੰਪੈਕਟ ਕੀਤਾ। ਸੋ ਕੋਈ ਵੀ ਜਿਹੜੀ ਹੈ ਨਾ, ਕੋਈ ਵੀ ਏਜ ਗਰੁੱਪ ਇਹ ਤਾਂ ਇਮਿਊਨ ਨਹੀਂ ਹੈਗਾ। ਪਰ ਚੰਗੀ ਨਿਊਜ਼ ਇਹ ਵੀ ਵੈਕਸੀਨੇਸ਼ਨ ਦੇ ਨਾਲ ਇਹਦੀ ਕੰਟਰੋਲ ਹੋਇਆ, ਇਹਦਾ ਸਪਰੈਡ ਜਿਹੜਾ ਬੰਦ ਹੋਇਆ। ਪਲੱਸ ਜਿਹੜਾ ਹੁਣ ਅਗਲਾ ਜਿਹੜਾ ਉਹ ਟਰਾਈ ਕਰਦੇ ਪਏ ਨੇ ਕਿ ਜਿਹੜਾ 12 ਸਾਲ ਤੋਂ ਥੋੜ੍ਹੇ ਏਜ ਵਾਲੇ ਘੱਟ ਨੇ ਲੋਕ, ਉਹਨਾਂ ਵਾਸਤੇ ਜਿਹੜੀ ਹੈ ਨਾ ਵੈਕਸੀਨੇਸ਼ਨ ਦੀ ਕਿੰਨੀ ਡੋਜ਼ ਲਾਣੀ ਹੈ, ਐਕਸਪੈਰੀਮੈਂਟ ਉਹ ਪੂਰਾ ਕਰਦੇ ਪਏ ਨੇ ਤੇ ਉਹਦਾ ਕਿੰਨਾ ਕੁ ਫਾਇਦਾ ਹੋਣਾ। ਕਿਉਂਕਿ ਕੋਈ ਵੀ ਬਾਡੀ ਜਿਹੜੀ ਹੈ ਨਾ, ਇਹ ਤਾਂ ਨਹੀਂ ਹੈਗਾ ਵੀ 12 ਸਾਲ ਤੱਕ ਤੁਸੀਂ ਠੀਕ ਹੋ ਤੇ 12.5 ਸਾਲ ਤੇ ਤੁਹਾਨੂੰ ਪ੍ਰੋਬਲਮ ਆ ਸਕਦੀ ਹੈ। ਤੇ ਇਹ ਤੇ ਤੁਹਾਨੂੰ ਉਹਨਾਂ ਨੂੰ ਮੋਨੀਟਰ ਕਰਨਾ ਪੈਣਾ ਸਾਰਾ। ਸੋ ਜਿਹੜਾ ਵੀ ਵੈਕਸੀਨੇਸ਼ਨ ਦੀਆਂ ਡੋਜ਼ਸ ਪ੍ਰੋਵਾਈਡ ਕਰਦੇ ਪਏ ਨੇ, ਜੋ ਵੀ ਸਰਵਿਸ ਪ੍ਰੋਵਾਈਡ ਹੋ ਰਹੀ, ਉਹ ਬਕਾਇਦਾ ਪ੍ਰੋਸੈਸ 'ਚੋਂ ਜਾਂਦਾ। ਇਹ ਤੇ ਹੈ ਨਹੀਂ ਵੀ ਉੱਠ ਕੇ ਇੱਕ ਆਦਮੀ ਨੇ ਕਹਿ ਦਿੱਤਾ ਵੀ ਮੈਂ ਵੈਕਸੀਨੇਸ਼ਨ ਬਣਾ ਲਿਆ ਸਾਡੀ ਕੰਪਨੀ ਦੇ ਤੇ ਜਾਂ ਕਿਤੇ। ਇਹ ਜਿਹੜੇ ਨਾ ਇਹਨਾਂ ਕੰਪਨੀਆਂ ਦੀ ਹਿਸਟਰੀ ਹੈ ਲੰਬੀ। ਇਹਨਾਂ ਕੰਪਨੀਆਂ ਨੇ ਵੈਕਸੀਨੇਸ਼ਨ ਪਹਿਲਾਂ ਵੀ ਬਣਾਏ ਨੇ। ਸੋ ਇਹ ਓਵਰਆਲ ਜਿਹੜਾ ਨਾ ਰਿਸਰਚ ਐਂਡ ਡਿਵੈਲਪਮੈਂਟ ਬਹੁਤ ਇੰਪੋਰਟੈਂਟ ਹੈ। ਲੈਸਨ ਹੈਗਾ ਦੁਨੀਆ ਵਾਸਤੇ, ਖਾਸ ਕਰਕੇ ਕੈਨੇਡਾ ਵਾਸਤੇ, ਕਿ ਤੁਸੀਂ ਆਪਣੀ ਵੈਕਸੀਨੇਸ਼ਨ ਦੀ ਜਿਹੜੀਆਂ ਜਗ੍ਹਾ ਆਪ ਚਾਹੀਦੀ ਬਣਾਉਣੀ। ਸਾਡੇ ਕੋਲ ਏਡੀਆਂ ਵੱਡੀਆਂ ਲੈਬ ਨੇ। ਸਾਡੇ ਵਿਨੀਪੈਗ ਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਵਾਇਰੋਲੋਜੀਕਲ ਲੈਬ ਹੈ ਉਹਦੀ। ਉਸ ਤੋਂ ਇਲਾਵਾ ਮੌਂਟਰੀਅਲ ਦੇ ਵਿੱਚ ਜਾਂ ਟੋਰਾਂਟੋ ਦੇ ਵਿੱਚ ਜਾਂ BC ਵਿੱਚ ਜਿਹੜੀਆਂ ਨਾ ਬੜੀ ਰਿਸਰਚ ਹੋ ਰਹੀ ਹੈ। ਸੋ ਦੁਨੀਆ ਕੈਨੇਡਾ ਵੱਲ ਵੇਖਦੀ ਹੈ ਤੇ ਵੇਖਣ ਵਾਸਤੇ ਕੋਈ ਸ਼ੋਅ ਵੀ ਕਰਨਾ ਪੈਣਾ ਕਿ ਜੇ ਅਸੀਂ ਸਾਇੰਸ ਦੀ ਤਰੱਕੀ ਕੀਤੀ, ਉਸ ਜਗ੍ਹਾ 'ਤੇ ਪਹੁੰਚੇ ਹਾਂ, ਤੇ ਸਾਨੂੰ ਇਸ ਚੀਜ਼ ਨੂੰ ਵੈਕਸੀਨੇਸ਼ਨ ਡਿਵੈਲਪ ਕਰਨਾ ਪੈਣਾ। ਇਨਸੂਲਿਨ ਵੀ ਇੱਥੇ ਹੋਈ ਸੀ ਡਿਵੈਲਪ। ਸੋ ਸਾਰੀਆਂ ਗੱਲਾਂ ਮੈਂ ਸਮਝਦਾ ਵੀ ਇਹਦੇ ਵਿੱਚੋਂ ਸਿੱਖਣ ਦਾ ਜਿਹੜਾ ਨਾ ਸਾਰਿਆਂ ਨੂੰ ਮੌਕਾ ਮਿਲਿਆ ਤੇ ਚੈਲੰਜ ਸੀ ਸਾਰਿਆਂ ਵਾਸਤੇ। ਕਿਸੇ ਨੂੰ ਨਹੀਂ ਸੀ ਪਤਾ ਵੀ ਇਹ ਜਿਹੜਾ ਨਾ ਕੋਵਿਡ ਨਾਲ ਕੀ ਪ੍ਰੋਬਲਮ ਹੋਣੀ ਹੈ। ਸੋ ਸਰਕਾਰ ਨੇ ਇਸ ਚੀਜ਼ ਨੂੰ ਫੈਡਰਲੀ ਬਹੁਤ ਚੰਗਾ ਹੈਂਡਲ ਕੀਤਾ, ਪ੍ਰੋਵਿੰਸ ਨੇ ਇਸ ਨੂੰ ਬੜੀ ਚੰਗੀ ਤਰ੍ਹਾਂ ਹੈਂਡਲ ਕੀਤਾ। ਸੋ ਆਈ ਥਿੰਕ ਓਵਰਆਲ ਚੰਗੇ ਰਿਜ਼ਲਟ ਹੀ ਆਉਣਗੇ। ਬਿਲਕੁਲ ਡਾਕਟਰ ਜੀ, ਮੈਂ ਅੰਤ ਦੇ ਵਿੱਚ ਅਸੀਂ ਇਹ ਵੀ ਪੁੱਛਣਾ ਚਾਹਾਂਗੇ ਕਿ ਮਾਸਕ ਨੂੰ ਲੈ ਕੇ ਹਜੇ ਵੀ ਡਿਬੇਟ ਹੋ ਰਹੀ ਹੈ। ਜਦੋਂ ਮਾਸਕ ਦੀ ਗੱਲ ਆਉਂਦੀ ਹੈ, ਜਦੋਂ ਅਸੀਂ ਸੈਕਿੰਡ ਵੈਕਸੀਨੇਸ਼ਨ ਲਗਵਾ ਕੇ ਨਿਕਲਦੇ ਹਾਂ ਨਾ, ਤਾਂ ਉਹ ਜਿਹੜੇ ਡਾਕਟਰ ਲਗਵਾ ਰਹੇ ਹੁੰਦੇ ਆ ਸਾਨੂੰ, ਜਾਂ ਫਾਇਰ ਫਾਈਟਰ ਲਗਾ ਰਹੇ ਹੁੰਦੇ ਆ, ਉਹ ਸਾਨੂੰ ਇਹ ਕਹਿ ਕੇ ਜ਼ਰੂਰ ਭੇਜਦੇ ਆ ਕਿ ਅੱਜ ਤੁਹਾਡੇ ਡੋਜ਼ ਲੱਗੀ ਹੈ, ਐਂਟੀਬਾਡੀ ਅੱਜ ਨਹੀਂ ਬਣਨੀਆਂ, 2 ਵੀਕ ਲੱਗਣਗੇ। ਸੋ ਆਪਣਾ ਮਾਸਕ ਜ਼ਰੂਰ ਪਾਓ। ਤੁਹਾਨੂੰ ਪਤਾ ਨਹੀਂ ਕਿ ਜਿੱਥੇ ਤੁਸੀਂ ਜੇ ਇਕੱਠ ਦੇ ਵਿੱਚ ਵੀ ਜਾ ਰਹੇ ਹੈਗੇ ਆ, ਉੱਥੇ ਤੁਹਾਨੂੰ ਕਿਹੜੇ ਲੋਕ ਮਿਲ ਜਾਣ ਜਿਨ੍ਹਾਂ ਨੇ ਵੈਕਸੀਨ ਲਗਵਾਈ ਆ ਜਾਂ ਨਹੀਂ ਲਗਵਾਈ। ਪਰ ਹੁਣ ਪ੍ਰੋਵਿੰਸ਼ਲੀ ਅਸੀਂ ਦੇਖਿਆ ਕਿ ਕਿਹਾ ਜਾ ਰਿਹਾ ਕਿ ਤੁਸੀਂ ਮਾਸਕ ਜਿਹੜੇ ਲਗਾਉਣੇ ਬੰਦ ਕਰ ਸਕਦੇ ਹੋ, ਤੁਹਾਡੀ ਮਰਜ਼ੀ ਹੈ। ਕੋਈ ਫੋਰਸਫੁਲੀ ਤੁਹਾਨੂੰ ਇਹ ਨਹੀਂ ਕਹੇਗਾ ਕਿ ਤੁਸੀਂ ਮਾਸਕ ਲਗਾਉਣੇ ਆ। ਪਰ ਕਈ ਲੋਕ ਲਗਾ ਰਹੇ ਆ, ਕਈ ਲੋਕ ਨਹੀਂ ਲਗਾ ਰਹੇ। ਸਾਨੂੰ ਕਿਹੜੀਆਂ ਸਥਿਤੀਆਂ ਦੇ ਵਿੱਚ ਮਾਸਕ ਲਾਉਣੇ ਚਾਹੀਦੇ ਆ, ਕਿੱਥੇ ਨਹੀਂ ਲਾਉਣਾ ਚਾਹੀਦਾ? ਪਹਿਲੀ ਗੱਲ ਤੇ ਵੀ ਜਿਹੜਾ ਮਾਸਕ ਜਿੱਥੇ ਤੁਸੀਂ ਲਾ ਸਕਦੇ ਹੋ ਜ਼ਰੂਰ ਲਾਓ, ਪਹਿਲੀ ਗੱਲ ਤੇ। ਸੈਕਿੰਡ ਹੈਗਾ ਤੁਹਾਡੇ ਤੇ ਕੰਪਲਸ਼ਨ ਕੋਈ ਨਹੀਂ। ਥਰਡ ਹੈਗਾ ਵੀ ਜਦੋਂ ਤੁਹਾਨੂੰ ਪਤਾ ਵੀ ਤੁਸੀਂ ਕਿਸੇ ਵੀ ਗੈਦਰਿੰਗ ਵਿੱਚ ਜਾ ਰਹੇ ਹੋ, ਕਿਸੇ ਸ਼ਾਪਿੰਗ ਮਾਲ 'ਚ ਜਾ ਰਹੇ ਹੋ, ਕਿਸੇ ਦੁਕਾਨ ਤੇ ਜਾ ਰਹੇ ਹੋ, ਕਿਸੇ ਅਦਾਰੇ 'ਚ ਜਾ ਰਹੇ ਹੋ, ਏਅਰਪੋਰਟ ਤੇ ਜਾ ਰਹੇ ਹੋ, ਕਿਸੇ ਨੂੰ ਮਿਲ ਨਹੀਂ ਜਾ ਰਹੇ ਹੋ, ਜਦੋਂ ਤੁਹਾਨੂੰ ਇਹ ਗਰੰਟੀ ਨਹੀਂ ਵੀ ਜਿਹੜੇ ਦੂਸਰੇ ਲੋਕ ਨੇ ਉਹਨਾਂ ਨੂੰ ਵੈਕਸੀਨੇਸ਼ਨ ਲੱਗਾ ਕਿ ਨਹੀਂ ਲੱਗਾ। ਜਦੋਂ ਕੈਨੇਡਾ ਵਿੱਚ ਕੋਈ 25% ਵੈਕਸੀਨੇਸ਼ਨ ਲੋਕਾਂ ਨੇ ਨਹੀਂ ਲਵਾਇਆ ਜੀ। ਸੋ ਤੁਹਾਨੂੰ ਪਤਾ ਵੀ 25% ਹਰ ਚੌਥੇ ਬੰਦੇ ਦੀ ਤੇ ਪ੍ਰੋਬਲਮ ਹੈ, ਤੇ ਚੌਥਾ ਬੰਦਾ ਤੁਹਾਨੂੰ
ਉਹਦੇ ਤੁਹਾਨੂੰ ਟਰਾਂਸਮਿਸ਼ਨ ਵੀ ਹੋ ਸਕਦੀ ਜੀ, ਹੈ। ਜੀ। ਸੋ ਪ੍ਰੋਟੈਕਸ਼ਨ ਵਾਸਤੇ ਬੜਾ ਕੀ ਹੈ ਵੀ ਜਿੰਨਾ ਵੀ ਤੁਸੀਂ ਇਹਨੂੰ ਮਾਸਕ ਲਾਣਾ ਉਹ ਤੁਹਾਡੇ ਕੋਲ ਜਿਹੜਾ ਨਾ ਮਾਸਕ ਵੀ ਪ੍ਰੋਪਰ ਹੋਏ ਤੇ ਡਿਸਟੈਂਸ ਮੇਨਟੇਨ ਕਰਨਾ, ਇਸ ਤੋਂ ਇਲਾਵਾ ਜਿਹੜਾ ਬਾਕੀ ਪਰਸਨਲ ਹਾਈਜੀਨ ਦੀਆਂ ਗੱਲਾਂ ਸੀ ਉਹ ਵੀ ਫਾਲੋ ਕਰਨੀਆਂ ਪੈਣੀਆਂ। ਪਰ ਓਵਰਆਲ ਵੈਕਸੀਨੇਸ਼ਨ ਪਲੱਸ ਜਿਹੜੀਆਂ ਪ੍ਰੀਕਾਸ਼ਨਸ ਪਲੱਸ ਜਿਹੜੀਆਂ ਨਾ ਐਜ਼ ਏ ਇਮਿਊਨਿਟੀ ਜਿਹੜੀ ਹਰਡ ਇਮਿਊਨਿਟੀ ਬਣੀ ਹੈ, ਜਿਨ੍ਹਾਂ ਲੋਕਾਂ ਨੂੰ ਇਹ ਪ੍ਰੋਬਲਮ ਹੋਈ ਸੀ, ਉਹ ਤਿੰਨਾਂ ਚੀਜ਼ਾਂ ਕਰਕੇ ਇਹਦਾ ਕੰਟਰੋਲ ਹੋਇਆ। ਪਰ ਜਿਹੜੇ ਵਾਰਨਿੰਗ ਸਾਈਨ ਆ ਰਹੇ ਨੇ, ਡੈਲਟਾ ਜਿਹੜਾ ਵੇਰੀਐਂਟ ਜਾਂ ਇੱਕ ਦੋ ਹੋਰ ਜਿਹੜੇ ਵੇਰੀਐਂਟ ਦਾ ਨਾਂ ਆ ਰਿਹਾ ਉੱਭਰ ਕੇ, ਪਰ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਜਿਹੜੇ ਇਹਨਾਂ ਆਵਾਜਾਈ 'ਤੇ ਕੰਟਰੋਲ ਕਰਨਾ ਬੜਾ ਇੰਪੋਰਟੈਂਟ ਹੈ। ਇਸੇ ਕਰਕੇ ਹੀ ਮੈਂ ਸਮਝਦਾ ਵੀ ਇੰਡੀਆ ਦੀਆਂ ਫਲਾਈਟ ਜਿਹੜੀਆਂ 21 ਤੱਕ ਬੰਦ ਨੇ, ਸਤੰਬਰ ਤੱਕ, ਕਿਉਂਕਿ ਜਿੰਨੀ ਦੇਰ ਤੱਕ ਪੂਰਾ ਕੰਟਰੋਲ ਨਹੀਂ ਹੁੰਦਾ ਇਹ ਗੱਲ ਨਹੀਂ ਬਣਨੀ। ਤੇ ਜਿਹੜੇ ਲੋਕ ਟਰਾਈ ਕਰਦੇ ਪਏ ਨੇ ਡਿਫਰੈਂਟ ਐਂਗਲਸ ਆਉਣ ਦੀ, ਉਹ ਬੜਾ ਔਖਾ ਕੰਮ ਹੈ ਉਹਨਾਂ ਵਾਸਤੇ, ਪੈਸੇ ਬੜੇ ਖਰਚ ਹੁੰਦੇ ਨੇ, ਪਰ ਮਜਬੂਰੀ ਹੈ ਲੋਕਾਂ ਨੂੰ। ਪਰ ਜਿਨ੍ਹਾਂ ਨੇ ਵੈਕਸੀਨੇਸ਼ਨ ਲਵਾਇਆ, ਜਦੋਂ ਫੁਲੀ ਵੈਕਸੀਨੇਟਡ ਬੰਦੇ ਜੀ ਆ ਸਕਦੇ ਨੇ ਹੋਰ ਕੰਟਰੀ ਤੋਂ, ਤੇ ਚਾਹੀਦਾ ਵੀ ਇਹਦੇ ਬਾਰੇ ਵੀ ਕੋਈ ਤਰੀਕਾ ਜਿਹੜਾ ਨਾ ਉਹਨਾਂ ਨੂੰ ਅਖਤਿਆਰ ਕਰਨਾ ਪੈਣਾ ਕਿ ਜਿਹੜੇ ਲੋਕ ਉੱਥੇ 3-3 6-6 ਮਹੀਨਿਆਂ ਦੇ ਬੈਠੇ ਨੇ, ਵੈਕਸੀਨੇਸ਼ਨ ਲਵਾ ਚੁੱਕੇ ਨੇ, ਉਹਨਾਂ ਨੂੰ ਪ੍ਰੋਬਲਮ ਕੋਈ ਨਹੀਂ ਹੋ ਸਕਦਾ। ਜਿਹੜਾ ਇੰਟਰਨੈਸ਼ਨਲ ਜਿਹੜਾ ਸਰਟੀਫਿਕੇਟ ਜਾਂ ਪਾਸਪੋਰਟ ਬਣਨੇ ਨੇ, ਕੋਈ ਨਾ ਕੋਈ ਸਟੈਂਡਰਡ ਤੇ ਹੋਏਗਾ ਹੀ, ਜਿਹੜਾ ਕਿ ਸਾਰੇ ਕੰਟਰੀਜ਼ ਨੂੰ ਫੋਲੋ ਕਰਨਾ ਪੈਣਾ। ਸੋ ਹੋਪਫੁਲੀ ਇਸ ਚੀਜ਼ ਦਾ ਫਾਇਦਾ ਹੋਏਗਾ। ਪਰ ਆਮ ਤੌਰ 'ਤੇ ਹੁੰਦਾ ਵੀ ਸਾਡੇ ਕੰਟਰੀ ਜਿੱਥੋਂ ਅਸੀਂ ਆਏ ਹਾਂ, ਉੱਥੋਂ ਇੰਡੀਆ ਤੋਂ ਜਿਹੜਾ ਸਾਡਾ ਓਰੀਜਨ ਹੈ, ਉਸ ਏਰੀਆ ਦੇ ਬਾਰੇ ਲੋਕ ਕਈ ਵਾਰੀ ਗਲਤ ਵਿਚਾਰ ਉਹਨਾਂ ਦੇ ਹੋ ਜਾਂਦੇ ਇੱਥੇ ਕਿ ਪਤਾ ਨਹੀਂ ਉੱਥੇ ਧਿਆਨ ਨਹੀਂ ਰੱਖਦੇ, ਉਹਨਾਂ ਨੂੰ ਅਕਲ ਨਹੀਂ ਹੈਗੀ, ਸਮਝ ਨਹੀਂ ਹੈਗੀ। ਇਹੋ ਜਿਹੀ ਗੱਲ ਕੋਈ ਨਹੀਂ। ਉੱਥੋਂ ਹੀ ਵੈਕਸੀਨੇਸ਼ਨ ਪਹਿਲਾਂ ਬਣਦੇ ਸੀ, ਉੱਥੇ ਹੀ ਮੇਜਰ ਕੰਪਨੀਆਂ ਨੇ ਆਪਣੇ ਵੈਕਸੀਨੇਸ਼ਨ ਦੀਆਂ ਉਹਨਾਂ ਦੀਆਂ ਮੈਨੂਫੈਕਚਰਿੰਗ ਜਿਹੜੀਆਂ ਨਾ ਪਲਾਂਟਸ ਨੇ ਜਾਂ ਮੈਨੂਫੈਕਚਰਿੰਗ ਜਿਹੜੇ ਉਹਨਾਂ ਦੇ ਹੱਬ ਨੇ, ਉੱਥੇ ਨੇ ਸਾਰੇ, ਹੋਰ ਨਹੀਂ ਕਿਤੇ ਹੈਗੇ। ਸੋ 70% ਜਿਹੜੀ ਵੈਕਸੀਨੇਸ਼ਨ ਪਹਿਲਾਂ ਉੱਥੋਂ ਹੀ ਆਉਂਦੀ ਸੀ। ਸੋ ਇਸ ਗੱਲ ਨੂੰ ਕਦੀ ਨਾ ਸੋਚੋ ਕਿ ਸਾਨੂੰ ਆਦਤ ਹੈ ਵੀ ਅਸੀਂ ਜਿੱਥੋਂ ਆਏ ਹਾਂ ਉਹਨਾਂ ਨੂੰ ਜ਼ਿਆਦਾ ਅਸੀਂ ਚੰਗਾ ਨਹੀਂ ਸਮਝਦੇ, ਪਰ ਉਹ ਗੱਲ ਗਲਤ ਹੈ। ਕਿਉਂਕਿ ਜਦੋਂ ਅਸੀਂ ਬਾਹਰ ਕੁਛ ਮਹੀਨੇ ਪਹਿਲਾਂ ਉਹਨਾਂ ਨੇ ਵੀ ਆਫਰ ਕੀਤੇ ਸੀ ਵੈਕਸੀਨੇਸ਼ਨ ਕੈਨੇਡਾ ਨੂੰ, ਜਦੋਂ ਕੈਨੇਡਾ ਨੂੰ ਮੁਸ਼ਕਲ ਸੀ। ਸੋ ਓਵਰਆਲ ਇਹ ਜਿਹੜਾ ਸਾਰੀਆਂ ਗੱਲਾਂ ਲੋਕਾਂ ਨੂੰ ਚਾਹੀਦੀਆਂ ਵੀ ਇਹਦੇ ਬਾਰੇ ਸੋਚਣ ਸਮਝਣ। ਮੈਂ ਰਿਪੀਟ ਤਾਂ ਕਰਨਾ ਪਿਆ, ਜਿਹੜੀਆਂ ਕਾਮਨ ਗੱਲਾਂ ਨੇ ਉਹ ਮੋਸਟ ਇੰਪੋਰਟੈਂਟ ਨੇ, ਵੱਡੀਆਂ ਗੱਲਾਂ 'ਚ ਕੋਈ ਫਾਇਦਾ ਨਹੀਂ। ਵੈਕਸੀਨੇਸ਼ਨ ਲਵਾਓ, ਮਾਸਕ ਲਵਾਓ, ਇੱਕ ਦੂਜੇ ਨਾਲ ਕੋਆਪਰੇਟ ਕਰੋ ਤੇ ਉਹਦੇ ਨਾਲ ਹੀ ਫਾਇਦਾ ਹੋਣਾ। ਬਿਲਕੁਲ। ਤੇ ਅੰਤ ਦੇ ਵਿੱਚ ਡਾਕਟਰ ਸਾਹਿਬ ਸਾਨੂੰ ਮੈਸੇਜ ਦਿਓ ਕਿ ਕੀ ਕਰਨਾ ਚਾਹੀਦਾ ਸਾਨੂੰ। ਨਾਲ ਹੀਟ ਵੇਵ ਦੀ ਤੀਜੀ ਵਾਰ ਵਾਰਨਿੰਗ ਜਿਹੜੀ ਆ BC ਦੇ ਵਿੱਚ ਦਿੱਤੀ ਜਾ ਰਹੀ ਹੈ, ਤੇ ਹੁਣ ਹੀਟ ਵੇਵ ਹੈਗੀ ਆ, ਸਾਨੂੰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਦੇਖੋ, ਹੀਟ ਵੇਵ ਤੇ ਇਹ ਜਿਹੜਾ ਬੜਾ ਵੱਡਾ ਸਿਆਪਾ, ਜੇ ਲੋਕਾਂ ਨੇ ਇਹਦੇ ਬਾਰੇ ਪੜ੍ਹਨਾ, ਇੰਟਰਨੈਸ਼ਨਲ ਰਿਪੋਰਟ ਆਈ ਹੈ ਪਰਸੋਂ, ਉਹ ਸਾਰੀ ਰਿਪੋਰਟ ਜਿਹੜੇ ਵੀ ਲੋਕ ਆਪਣੀ ਕਮਿਊਨਿਟੀ ਦੇ ਕਾਫੀ ਲੋਕ ਬਹੁਤ ਜ਼ਿਆਦਾ ਇਸ ਗੱਲ ਦੇ ਵਿੱਚ ਧਿਆਨ ਹੈ ਉਹਨਾਂ ਦਾ ਕਿ ਇਸ ਤਰ੍ਹਾਂ ਪਿਛਲੇ 2-4 ਸਾਲਾਂ ਵਿੱਚ ਹੀਟ ਕਿੱਦਾਂ ਵੱਧ ਗਈ ਹੈ ਇੰਨੀ ਜ਼ਿਆਦਾ। ਸੋ ਸਾਰੀਆਂ ਚੀਜ਼ਾਂ ਬਾਰੇ ਇਨਫੋਰਮੇਸ਼ਨ ਲਓ। ਉਹਦੇ ਵਿੱਚ ਓਵਰਆਲ ਦੁਨੀਆ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਹੈ, ਉਹ ਹਰ ਇਨਸਾਨ ਨੇ, ਹਰ ਮੁਲਕ ਨੇ ਉਹਦੇ ਵਿੱਚ ਕੰਟਰੀਬਿਊਸ਼ਨ ਕੀਤੀ ਹੈ ਪ੍ਰੋਬਲਮ ਕ੍ਰੀਏਟ ਕਰਨ ਦੇ ਵਿੱਚ। ਤੇ ਜਿੰਨੀ ਦੇਰ ਤੱਕ ਉਹਦੇ ਬਾਰੇ ਐਡਮਿਟ ਨਾ ਕਰਨਗੇ, ਪ੍ਰੋਬਲਮ ਸੋਲਵ ਨਹੀਂ ਹੋਣੀ। ਬੜੇ ਐਗਰੀਮੈਂਟ ਹੋਏ, ਪੈਰਿਸ ਐਗਰੀਮੈਂਟ ਹੋਇਆ, ਉਸ ਤੋਂ ਪਹਿਲਾਂ 20 ਸਾਲ ਪਹਿਲਾਂ ਵੀ ਐਗਰੀਮੈਂਟ ਹੋਇਆ ਸੀ। ਜਿੰਨੀ ਦੇਰ ਤੱਕ ਫਾਲੋ ਅਪ ਨਹੀਂ ਹੁੰਦਾ ਗੱਲ ਨਹੀਂ ਬਣਨੀ। ਪਰ ਹੀਟ ਵੇਵ ਜਿਹੜੀ ਹੈ ਨਾ, ਉਹਦਾ ਬਚਾਅ ਕਰਨ ਵਾਸਤੇ ਕਾਮਨ ਜਿਹੜੀਆਂ ਗੱਲਾਂ ਨੇ ਉਹ ਤਾਂ ਉਹੀ ਕਰਨਾ ਪੈਣਾ ਵੀ ਆਪਣੇ ਆਪ ਨੂੰ ਪ੍ਰੋਟੈਕਟ ਕਰੋ। 10 ਤੋਂ 4 ਤੁਸੀਂ ਬਾਹਰ ਨਾ ਜਾਓ, ਆਪਣਾ ਸਿਰ ਢੱਕੋ, ਆਪਣਾ ਜੋ ਵੀ ਤੁਸੀਂ ਆਪਣੇ ਸ਼ਾਂਤ ਆਪਣੀ ਸ਼ੇਡ ਥੱਲੇ ਬੈਠਣਾ, ਆਪਣੇ ਨਾਲ ਪਾਣੀ ਰੱਖੋ, ਆਪਣੇ ਬੱਚਿਆਂ ਨੂੰ ਕਾਰ ਦੇ ਵਿੱਚ ਲਿਆ ਕੇ ਤੇ ਉਹ ਛੱਡ ਕੇ ਤੇ ਸ਼ਾਪਿੰਗ ਕਰਨਾ ਜਾਓ। ਸੀਨੀਅਰਸ ਨੂੰ ਬਚਾ ਕੇ ਰੱਖੋ, ਜਿਨ੍ਹਾਂ ਲੋਕਾਂ ਨੂੰ ਡਾਇਬਟੀਜ਼ ਜਾਂ ਕਿਡਨੀਜ਼ ਦੀ ਜਾਂ ਬਾਕੀਆਂ ਦੀ ਪ੍ਰੋਬਲਮ ਹੈ, ਓਵਰਆਲ ਉਹਨਾਂ ਤੋਂ ਬਚਾਅ ਕਰਨਾ ਪੈਣਾ। ਪਰ ਉਹ ਹੈਗਾ ਸਾਰਾ ਟੈਂਪਰੇਰੀ ਹੈ, 4-5 ਦਿਨਾਂ ਵਾਸਤੇ। ਅਗਲੇ ਆਉਣ ਵਾਲੇ ਸਮੇਂ ਵਿੱਚ ਪ੍ਰੋਗਰਾਮ ਕਰਾਂਗੇ ਕਿ ਇਹ ਜਿਹੜਾ ਸਾਰਾ ਚੱਕਰ ਹੈ, ਇਹ ਇੰਨਾ ਟੈਂਪਰੇਚਰ ਕਿਉਂ ਵੱਧਦਾ ਪਿਆ, ਕਿਸ ਸਟੇਜ ਤੇ ਪਹੁੰਚਿਆ, ਜਿਹੜੀ ਵਾਤਾਵਰਨ ਦੇ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ, ਇਹ ਇੱਕ ਦਿਨ 'ਚ ਨਹੀਂ, 2 ਦਿਨ 'ਚ ਨਹੀਂ, ਪਿਛਲੇ 100-150 ਸਾਲ ਦੇ ਵਿੱਚ ਵੱਧਦੀ ਹੁਣ ਇਸ ਸਟੇਜ ਤੇ ਪਹੁੰਚੀ ਹੈ ਵੀ ਇਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ ਵੀ ਪ੍ਰੋਬਲਮ ਨਹੀਂ ਹੈਗੀ। ਪ੍ਰੋਬਲਮ ਤੇ ਹੈਗੀ, ਉਹਨੂੰ ਸੋਲਵ ਕਰਨ ਵਾਸਤੇ ਰਿਵਰਸ ਤੇ ਨਹੀਂ ਹੋਣੀ ਹੈ, ਪਰ ਇਹ ਹੋ ਸਕਦਾ ਵੀ ਅੱਗੋਂ ਨਾ ਇਸ ਚੀਜ਼ ਨੂੰ ਵਧੇ। ਇਹ ਨਾ ਹੋਏ ਕਿ ਆਉਣ ਵਾਲੇ 100-200 ਸਾਲਾਂ ਦੇ ਵਿੱਚ ਟੈਂਪਰੇਚਰ ਇਹਨੇ ਅੱਗਾਂ ਲੱਗੀਆਂ ਨੇ ਹਰ ਪਾਸੇ, ਪਾਣੀ ਦਾ ਲੈਵਲ ਵੱਧਦਾ ਪਿਆ, ਧਰਤੀ ਦਾ ਜਿਹੜਾ ਮਾਸ ਹੈ ਉਹ ਘਟਦਾ ਪਿਆ। ਸਾਰੀਆਂ ਗੱਲਾਂ ਜਿਹੜੀਆਂ ਨੇ ਟਾਈਮ ਨਹੀਂ ਹੈਗਾ ਅੱਜ ਕੱਲ੍ਹ ਕਰਨ ਦਾ, ਪਰ ਇਹ ਗੱਲਾਂ ਵੀ ਚਾਹੀਦੀਆਂ ਸਾਡੀ ਕਮਿਊਨਿਟੀ ਨੂੰ, ਕਿਉਂਕਿ ਜਦੋਂ ਅਸੀਂ ਇਹਨਾਂ ਮੁਲਕਾਂ ਵਿੱਚ ਆਉਂਦੇ ਹਾਂ, ਸਾਰਿਆਂ ਦਾ ਇੱਕੋ ਹੁੰਦਾ ਏਮ, ਆਬਜੈਕਟਿਵ ਸ਼ੁਰੂ ਦੇ ਵਿੱਚ ਵੀ ਆਪਣਾ ਇੰਤਜ਼ਾਮ ਕਰਨਾ, ਆਪਣੇ ਰਹਿਣ ਦਾ, ਆਪਣੀ ਤਰੱਕੀ ਦਾ। ਪਰ ਤਰੱਕੀ ਜਦੋਂ ਇੱਕ ਲੈਵਲ ਤੇ, ਉਸ ਤੋਂ ਬਾਅਦ ਜਦੋਂ ਪਹੁੰਚ ਗਏ
ਤਰੱਕੀ ਜਿਹੜੀ ਹੈ ਜਿਹੜੇ ਦੂਸਰਿਆਂ ਨੂੰ ਨੁਕਸਾਨ ਕਰਦੀ ਹੈ, ਕਿਸੇ ਮੁਲਕ ਦਾ ਵੀ ਐਕਸੈਸ ਜਿਹੜਾ ਨਾ ਜੋ ਵੀ ਉਹਨਾਂ ਦੀ ਐਕਟੀਵਿਟੀਜ਼ ਨੇ ਜੇ ਵਾਤਾਵਰਨ ਨਾਲ ਕੋਆਪਰੇਸ਼ਨ ਨਾ ਕਰਨਗੇ, এনवायरमेंट ਨਾਲ ਨਾ ਕਰਨਗੇ ਤੇ ਬੜੀ ਮੁਸ਼ਕਲ ਆਉਣੀ ਹੈ। ਕੈਨੇਡਾ ਦੇ ਵਿੱਚ ਜਿਹੜਾ ਸਭ ਤੋਂ ਜਿਹੜੀ ਬੈਸਟ ਪਲਾਨ ਹੈ ਇਹਨਾਂ ਦੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਮਿਸਟਰ ਟਰੂਡੋ ਦੀ, ਉਹਨਾਂ ਨੇ ਤਿਆਰ ਕੀਤੀ ਹੈ, ਬੜੀ ਇਫੈਕਟਿਵ ਪਲਾਨ ਹੈ। ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਕਰਾਂਗੇ ਸ਼ੇਅਰ ਸਾਰਿਆਂ ਨਾਲ, ਕਿਉਂਕਿ ਜਿਹੜੀ ਗਲੋਬਲ ਵਾਰਮਿੰਗ ਹੈ ਉਹ ਕੋਈ ਡਰਾਮਾ ਨਹੀਂ ਹੈਗਾ, ਅਸਲੀ ਗੱਲ ਹੈ। ਟੈਂਪਰੇਚਰ ਦੀਆਂ ਪ੍ਰੋਬਲਮਾਂ ਨੇ, ਹੋਰ ਬੜੇ ਇਸ਼ੂ ਨੇ, ਤਾਂ ਸਾਰਿਆਂ ਨੂੰ ਕੋਆਪਰੇਟ ਕਰਨਾ ਪੈਣਾ, ਪਰ ਨੌਲੇਜ ਹੋਣਾ ਬੜਾ ਇੰਪੋਰਟੈਂਟ ਹੈ। ਮੈਂ ਸਮਝਦਾ ਵੀ ਤੁਹਾਡੇ ਸ਼ੋਅ ਸਾਂਝਾ ਟੀਵੀ ਦੇ ਸ਼ੋਅ ਦੇ ਥਰੂ ਅਸੀਂ ਲੋਕਾਂ ਨਾਲ ਸ਼ੇਅਰ ਕਰਾਂਗੇ, ਐਜੂਕੇਟ ਕਰਾਂਗੇ ਵੀ ਜੋ ਵੀ ਅਸੀਂ ਕੰਮ ਕਰਨੇ ਆ ਘਰ ਜਾਂ ਬਾਹਰ ਜਾਂ ਉਹਨਾਂ ਦਾ ਅਸਰ ਦੂਸਰੇ ਤੇ ਕਿਸ ਤਰ੍ਹਾਂ ਪੈਂਦਾ। ਤੇ ਜੇ ਕਿਸੇ ਨੂੰ ਕੋਈ ਸ਼ੱਕ ਹੈਗਾ ਤੇ ਆ ਕੋਵਿਡ-19 ਦਾ ਚੱਕਰ ਦੇਖ ਲਓ, ਕਿੱਥੋਂ ਸ਼ੁਰੂ ਹੋਇਆ, ਕਿੱਥੇ ਆ ਕੇ ਖਤਮ ਹੋਇਆ, ਕਿਸ ਤਰੀਕੇ ਨਾਲ ਦੁਨੀਆ ਬਦਲ ਦਿੱਤੀ, ਸਰਕਾਰਾਂ ਬਦਲ ਦਿੱਤੀਆਂ, ਸੋਚ ਬਦਲ ਦਿੱਤੀ, ਕਿਸ ਤਰੀਕੇ ਸੋ ਬੜੀਆਂ ਗੱਲਾਂ ਨੇ ਕਰਨ ਵਾਲੀਆਂ, ਪਰ ਫਿਰ ਟਾਈਮ ਆਏਗਾ ਤੇ ਕਰਾਂਗੇ। ਜੀ ਬਿਲਕੁਲ, ਥੈਂਕ ਯੂ ਸੋ ਮਚ ਅੱਜ ਦੇ ਲਈ, ਇਨਫੋਰਮੇਸ਼ਨ ਦੇ ਲਈ। ਸੋ ਅਗਲੀ ਵਾਰੀ ਤੁਹਾਡੇ ਨਾਲ ਫਿਰ ਤੋਂ ਗੱਲਬਾਤ ਹੋਵੇਗੀ। ਥੈਂਕ ਯੂ ਸੋ ਮਚ ਫॉर योर टाइम। ਸੋ ਡਾਕਟਰ ਚੀਮਾ ਦੇ ਨਾਲ ਅੱਜ ਗੱਲਬਾਤ ਹੋਈ, ਜਿਨ੍ਹਾਂ ਨੇ ਬਹੁਤ ਸਾਰੀ ਇਨਫੋਰਮੇਸ਼ਨ ਸਾਨੂੰ ਦਿੱਤੀ ਹੈ। ਪਰ ਹੀਟ ਵੇਵ ਦੇ ਦੌਰਾਨ ਤੁਸੀਂ ਆਪਣਾ ਧਿਆਨ ਰੱਖੋ, ਕਿਉਂਕਿ ਕਹਿੰਦੇ ਆ ਨਾ ਕਿ ਜਿਹੜੀ ਜ਼ਮੀਨ ਹੈ ਉਹ ਸਾਡੀ ਨਹੀਂ ਹੈ, ਅਸੀਂ ਆਪਣੇ ਬੱਚਿਆਂ ਤੋਂ ਉਧਾਰੀ ਲਈ ਹੈ ਤੇ ਸਾਡੇ ਪੇਰੈਂਟਸ ਨੇ ਸਾਡੇ ਤੋਂ ਉਧਾਰੀ ਲਈ ਸੀ, ਤੇ ਅਸੀਂ ਉਹਨਾਂ ਦੇ ਲਈ ਕੀ ਛੱਡ ਕੇ ਜਾ ਰਹੇ ਹਾਂ ਇਹ ਸਾਡੇ ਹੱਥ ਦੇ ਵਿੱਚ ਹੈ। ਸੋ ਗਲੋਬਲ ਵਾਰਮਿੰਗ ਨੂੰ ਘਟਾਉਣ ਦੇ ਲਈ ਸਾਡਾ ਸਾਰਿਆਂ ਦਾ ਯੋਗਦਾਨ ਜ਼ਰੂਰੀ ਹੈ। ਆਪਣੇ ਆਪਣੇ ਲੈਵਲ ਦੇ ਉੱਤੇ ਜੋ ਬਣਦਾ ਅਸੀਂ ਕਰ ਸਕਦੇ ਹਾਂ ਉਹ ਜ਼ਰੂਰ ਕਰਨਾ ਚਾਹੀਦਾ। ਨਾਲ ਨਾਲ ਕੋਵਿਡ-19 ਦੇ ਵੈਕਸੀਨੇਸ਼ਨ ਜਿਹੜੀ ਹੈ ਜ਼ਰੂਰ ਲਗਵਾਓ, ਨਹੀਂ ਲਗਵਾਈ ਤਾਂ ਆਪਣੀ ਪਹਿਲੀ ਡੋਜ਼ ਲਓ, ਜੇ ਪਹਿਲੀ ਡੋਜ਼ ਲੱਗੀ ਹੈ ਤਾਂ ਦੂਜੀ ਡੋਜ਼ ਜ਼ਰੂਰ ਲਗਵਾਓ। ਤੇ ਕਿਉਂਕਿ ਵੈਕਸੀਨ ਪਾਸਪੋਰਟ ਆ ਰਿਹਾ, ਵੈਕਸੀਨ ਪਾਸਪੋਰਟ ਉਹਨਾਂ ਨੂੰ ਮਿਲਣੇ ਆ ਜਿਨ੍ਹਾਂ ਦੇ ਦੋਨੇ ਡੋਜ਼ ਲੱਗੀਆਂ ਹੋਣਗੀਆਂ। ਹੋਰ ਕੀ ਇਨਫੋਰਮੇਸ਼ਨ ਹੈ ਇਹ ਤੁਹਾਡੇ ਤੱਕ ਇਸ ਤਰ੍ਹਾਂ ਹੀ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।